जय मारकाही, जय मारकाही। पर साडा मकसद बहुत बड़ा है। साडा मकसद इत्थे आउण दा की है, ये सत्संग करन दा की है। साडा मकसद ये है कि तुहानू इंसान तो भगवान बनाया जाए, तुहानू एक बीज तो वृक्ष बनाया जाए, तुहाडे अंदर बैठिया शक्तियां बारे तुहानू जानकारी दित्ती जाए और तुहाडियां उह शक्तियां नू जगाया जाए ताकि तुहाडे जीवन दे विच जो तकलीफां दुख परेशानियां है ये परेशानियां दा सदा वास्ते अंत हो जाए और तुसी अपने जीवन नू आनंदमय बना सको। क्योंकि तुहानू भी नहीं पता कि तुहाडे अंदर उस मालिक ने, उस परमात्मा प्रभु ने जिसने तुहानू जिंदगी दित्ती है, जिसने तुहानू जीवन दिता, उसने की कुछ तुहाडे अंदर रखिया होया है ਇਹਦੇ ਬਾਰੇ ਅੱਜ ਤੁਹਾਨੂੰ ਪਤਾ ਹੀ ਨਹੀਂ ਹੈ। ਇਸ ਲਈ ਜਿੱਦਾਂ ਜਿੱਦਾਂ ਨਾ ਜਦੋਂ ਅਸੀਂ ਧਿਆਨ ਤੇ ਬੈਠਦੇ ਆ ਆਪਣੇ ਮਾਲਿਕ ਦੀ ਬੰਦਗੀ ਚ ਉਹਦੀ ਯਾਦ ਚ ਬਹਿੰਦੇ ਆ, ਉਹ ਜਿੱਦਾਂ ਜਿੱਦਾਂ ਸੁਰਤੀ ਅੰਦਰ ਹੋਰ ਜ਼ਿਆਦਾ ਉਚਾਈ ਤੇ ਜਾਂਦੀ ਹੈ ਤਾਂ ਉਸ ਤਰ੍ਹਾਂ ਪਤਾ ਲੱਗਦਾ ਕਿ ਵਾਹ ਮੇਰੇ ਮਾਲਿਕ, ਵਾਹ ਪ੍ਰਮਾਤਮਾ, ਵਾਹ ਪ੍ਰਭੂ, ਐ ਨਿਰੰਕਾਰ ਤੋਂ ਇਦਾਂ ਇੰਨਾ ਕੁਝ ਅੰਦਰ ਰੱਖਿਆ ਹੋਇਆ ਹੈ ਇੱਕ ਛੋਟੇ ਜਿਹੇ ਵਜੂਦ ਅੰਦਰ, ਇੱਕ ਛੋਟੇ ਜਿਹੇ ਸਰੀਰ ਦੇ ਅੰਦਰ। ਇਹ ਤਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਛੋਟੇ ਜਿਹੇ ਲੋਟੇ 'ਚ ਨਾ ਕਿਸੇ ਨੇ ਸਾਗਰ ਪੂਰਾ ਪਾ ਦਿੱਤਾ। ਤਾਂ ਹੀ ਤਾਂ ਗੁਰਬਾਣੀ ਅੰਦਰ ਆਂਦਾ ਜੋ ਬ੍ਰਹਮੰਡੇ ਸੋਈ ਪਿੰਡੇ, ਕਿੱਡਾ ਵੱਡਾ ਬ੍ਰਹਮੰਡ ਹੈ। ਜੇ ਤੁਸੀਂ ਸਾਇੰਸ ਨੂੰ ਪੁੱਛੋ ਨਾ ਕਿ ਬ੍ਰਹਮੰਡ ਕਿੱਡਾ ਕੁ ਬੜਾ ਹੈ ਤਾਂ ਜ਼ਰਾ ਹੁਣ ਸਮਝ ਲੈਣਾ, ਉਹ ਦੱਸਦੇ ਆ ਕਿ ਅਗਰ ਬ੍ਰਹਮੰਡ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣਾ ਹੋਵੇ ਨਾ ਪ੍ਰਕਾਸ਼ ਦੀ ਸਪੀਡ ਨਾਲ, ਪ੍ਰਕਾਸ਼ ਯਾਨੀ ਲਾਈਟ ਦੀ ਸਪੀਡ ਨਾਲ, ਤਾਂ ਫਿਰ ਵੀ ਕਿੰਨੇ ਅਰਬ ਖਰਬ ਸਾਲ ਲੱਗਣਗੇ ਤਾਂ ਫਿਰ ਵੀ ਉਹ ਯਾਤਰਾ ਪੂਰੀ ਨਹੀਂ ਹੋਏਗੀ। ਇੰਨਾ ਲੰਬਾ ਸਫ਼ਰ ਹੈ, ਸਮਝਦੇ ਹੋ ਕਿ ਨਹੀਂ? ਅਗਰ ਧਰਤੀ ਤੋਂ ਇੱਕ ਰਾਕਟ ਨੂੰ ਮੰਗਲ ਗ੍ਰਹਿ ਤੇ ਭੇਜਣਾ ਹੋਵੇ ਤਾਂ ਕਿੰਨੇ ਮਹੀਨੇ ਲੱਗ ਜਾਂਦੇ ਹੈ। ਇਹ ਕੋਈ ਦਿਨਾਂ ਦੀ ਗੱਲ ਨਹੀਂ ਹੈ, ਕਿੰਨੇ ਮਹੀਨੇ ਲੱਗ ਜਾਂਦੇ ਉਹ ਗ੍ਰਹਿ ਤੱਕ ਪਹੁੰਚਣ ਵਾਸਤੇ। ਯਾਨੀ ਦੱਸਣਾ ਕੀ ਚਾਹੁੰਦੇ ਆ ਕਿ ਐਡਾ ਵਿਰਾਟ ਬ੍ਰਹਿਮੰਡ ਹੈ ਔਰ ਇਹ ਸਾਰਾ ਬ੍ਰਹਿਮੰਡ ਉਸ ਪਰਮਾਤਮਾ ਦੇ ਅੰਦਰ ਸਮਾਇਆ ਹੋਇਆ। ਤਾਂ ਸੋਚੋ ਪਰਮਾਤਮਾ ਖੁਦ ਕਿੱਡਾ ਬੜਾ ਹੋਏਗਾ। ਔਰ ਬੜੇ ਕਮਾਲ ਦੀ ਗੱਲ ਇਹੀ ਹੈ ਕਿ ਉਸਨੇ ਸਾਰਾ ਬ੍ਰਹਿਮੰਡ ਇਨਸਾਨ ਦੇ ਛੋਟੇ ਜਿਹੇ ਇਹ ਵਜੂਦ ਵਿੱਚ ਰੱਖ ਦਿੱਤਾ, ਸਰੀਰ ਵਿੱਚ ਰੱਖ ਦਿੱਤਾ। ਔਰ ਅੱਜ ਹੈਰਾਨੀ ਹੁੰਦੀ ਹੈ ਕਿ ਏਡੀਆਂ ਤਾਕਤਾਂ ਦਾ ਸਵਾਮੀ ਹੁੰਦਿਆਂ ਹੋਇਆਂ, ਇੰਨੀਆਂ ਸ਼ਕਤੀਆਂ ਦਾ ਸਵਾਮੀ ਇਨਸਾਨ ਹੁੰਦਿਆਂ ਹੋਇਆਂ ਵੀ ਆਪਣੀ ਜ਼ਿੰਦਗੀ ਕਿੱਦਾਂ ਗੁਜ਼ਾਰ ਰਿਹਾ ਹੈ। ਇਹਨੂੰ ਇਦਾਂ ਸਮਝ ਲਓ ਕਿ ਤੁਹਾਡੇ ਅੰਦਰ ਇੰਨੀ ਪਾਵਰ ਹੈ। ਇੱਕ ਉਦਾਹਰਨ ਦੇ ਕੇ ਦੱਸਣ ਲੱਗਿਆ ਕਿ ਮਿਸਾਲ ਦੇ ਤੌਰ ਤੇ ਕਿ ਤੁਹਾਡੇ ਅੰਦਰ ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ। ਜਿੱਦਾਂ ਹੁਣ ਸਮਝ ਲਓ ਇੱਕ ਬੰਦੇ ਅੰਦਰ ਇੰਨੀ ਸ਼ਕਤੀ ਛੁਪੀ ਹੋਈ ਹੈ ਕਿ 100 ਕੁਆਂਟਲ ਵਜਨ ਆਪਣੇ ਹੱਥ ਤੇ ਚੱਕ ਸਕਦਾ ਹੈ। ਉਦਾਹਰਨ ਦੇ ਰਹੇ ਹਾਂ, ਇੱਕ ਮਿਸਾਲ ਦੇ ਰਹੇ ਹਾਂ ਸਮਝਾਉਣ ਦੀ ਖਾਤਰ ਕਿ ਏਡੀ ਸ਼ਕਤੀ ਹੈ ਉਹਦੇ ਅੰਦਰ ਕਿ 100 ਕੁਆਂਟਲ ਵਜਨ ਆਪਣੇ ਹੱਥ ਤੇ ਉਠਾ ਸਕਦਾ ਹੈ, ਪਰ ਉਹਨੂੰ ਉਹ ਸ਼ਕਤੀ ਦਾ ਗਿਆਨ ਨਹੀਂ ਹੈ ਔਰ ਉਹਦੇ ਸਾਹਮਣੇ ਕਿਲੋ ਵਜਨ ਪਿਆ ਉਹ ਚੱਕਣ ਤੋਂ ਡਰੀ ਜਾਂਦਾ ਹੈ, ਪਤਾ ਨਹੀਂ ਮੇਰੇ ਤੋਂ ਚੱਕ ਹੋਣਾ ਹੈ ਜਾਂ ਨਹੀਂ। ਇੱਕ ਮਿਸਾਲ ਹੁਣ ਦੱਸਣਾ ਕੀ ਚਾਹੁੰਦੇ ਆ, ਤੁਹਾਡੇ ਅੰਦਰ ਵੀ ਏਡੀ ਬੜੀ ਸ਼ਕਤੀ ਬੈਠੀ ਹੈ ਜੋ ਹਰ ਅਸੰਭਵ ਨੂੰ ਸੰਭਵ ਕਰ ਸਕਦੀ ਹੈ, ਨਾ ਮੁਮਕਿਨ ਨੂੰ ਮੁਮਕਿਨ ਕਰ ਸਕਦੀ ਹੈ, ਔਖੇ ਨੂੰ ਸੌਖਾ ਕਰ ਸਕਦੀ ਹੈ। ਪਰ ਅਸੀਂ ਉਹ ਸ਼ਕਤੀ ਨੂੰ ਸਮਝਣ ਦੀ ਬਜਾਏ, ਉਹਨੂੰ ਜਾਣਨ ਦੀ ਬਜਾਏ ਅਸੀਂ ਆਪਣੇ ਰਸਤੇ ਜਾਣ ਵਾਲੀਆਂ ਛੋਟੀਆਂ ਪਰੇਸ਼ਾਨੀਆਂ ਤੋਂ, ਬਿਮਾਰੀਆਂ ਤੋਂ, ਮੁਸੀਬਤਾਂ ਤੋਂ ਇਦਾਂ ਡਰ ਜਾਂਦੇ ਆ, ਇਦਾਂ ਚਿੰਤਿਤ ਹੋ ਜਾਂਦੇ ਆ ਕਿ ਬੰਦਾ ਕਹਿੰਦਾ ਮੈਂ ਤਾਂ ਮਰ ਗਿਆ, ਇਹ ਪਰੇਸ਼ਾਨੀ ਨਾਲ ਤਾਂ ਮੇਰੀ ਜਾਨ ਲੈ ਲੈਣੀ ਹੈ। ਔਰ ਕਈ ਤਾਂ ਉਸ ਪਰੇਸ਼ਾਨੀ ਤੋਂ ਡਰ ਕੇ ਆਪਣੀ ਜਾਨ ਦੇ ਵੀ ਦਿੰਦੇ ਆ। ਬੋਲੋ ਦੇ ਦਿੰਦੇ ਆ ਕਿ ਨਹੀਂ? ਲੈ ਵੀ ਪਰੇਸ਼ਾਨੀ ਬਹੁਤ ਬੜੀ ਆਈ ਸੀ ਤਾਂ ਮੈਂ ਆਤਮ ਹੱਤਿਆ ਕਰਨ ਲੱਗਾ। ਹੁਣ ਕਈਆਂ ਦਾ ਹੁੰਦਾ ਕਿ ਇੰਨਾ ਡਿਪਰੈਸ਼ਨ ਵਿੱਚ ਹੈ। ਜਦੋਂ ਕੋਈ ਕਹਿੰਦਾ ਨਾ ਡਿਪਰੈਸ਼ਨ, ਹੁਣ ਜਰਾ ਗੌਰ ਕਰਨ ਵਾਲੀ ਗੱਲ ਹੈ ਕਿ ਮੈਂ ਜੀ ਡਿਪਰੈਸ਼ਨ ਵਿੱਚ ਆ, ਮੈਨੂੰ ਡਿਪਰੈਸ਼ਨ ਦੀ ਦਵਾਈ ਚੱਲਦੀ, ਤਾਂ ਸਾਨੂੰ ਹੁੰਦਾ ਕਿ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਹੈ ਕਿ ਜਿਹਦੀ ਦਵਾਈ ਅਸੀਂ ਲੈ ਰਹੇ ਹਾਂ। ਜਰਾ ਸਮਝਣਾ, ਜਿਹਨੂੰ ਡਿਪਰੈਸ਼ਨ ਇੱਕ ਬਿਮਾਰੀ ਦਾ ਨਾਮ ਦੇ ਦਿੱਤਾ ਉਹ ਬਿਮਾਰੀ ਨਹੀਂ ਹੈ, ਉਹ ਡਿਪਰੈਸ਼ਨ ਹੈ ਸਾਡੀ ਚਿੰਤਾ। ਸਮਝਦੇ ਹੋ ਕਿ ਨਹੀਂ? ਜਾਂ ਤਾਂ ਸਾਨੂੰ ਪਾਸਟ ਦੀਆਂ ਜਦ ਜੋ ਪਿੱਛੇ ਹੋ ਚੁੱਕਾ ਹੈ ਉਹ ਗੱਲਾਂ ਨਹੀਂ ਭੁੱਲਦੀਆਂ, ਉਹ ਗੱਲਾਂ ਯਾਦ ਕਰ ਕਰਕੇ ਅਸੀਂ ਦੁਖੀ ਹੁੰਦੇ ਰਹਿੰਦੇ ਆ। ਤਾਂ ਯਾਦ ਸਾਨੂੰ ਫਿਊਚਰ ਦੀ ਚਿੰਤਾ ਹੁੰਦੀ ਹੈ, ਮੇਰਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ, ਮੇਰੀ ਦੁਕਾਨ ਦਾ ਕੀ ਬਣੇਗਾ, ਮੇਰੇ ਕੰਮਕਾਰ ਦਾ ਕੀ ਬਣੇਗਾ। ਇਹਦੀ ਚਿੰਤਾ ਕਰ ਕਰਕੇ ਬੰਦੇ ਨੂੰ ਨੀਂਦ ਨਹੀਂ ਆਉਂਦੀ, ਬੰਦਾ ਬੇਚੈਨ ਜਿਹਾ ਰਹਿੰਦਾ। ਡਾਕਟਰ ਕੋਲ ਜਾਂਦਾ ਤਾਂ ਡਾਕਟਰ ਨੂੰ ਵਧੀਆ ਮੌਕਾ ਮਿਲ ਜਾਂਦਾ, ਭਾਈ ਤੈਨੂੰ ਡਿਪਰੈਸ਼ਨ ਦੀ ਬਿਮਾਰੀ ਹੈ, ਦਵਾਈ ਸ਼ੁਰੂ ਕਰ ਦੇ। ਹਾਲਾਂਕਿ ਉੱਥੇ ਹੁਣ ਚਿੰਤਾ ਅੰਦਰ ਹੈ, ਗੋਲੀ ਬਾਹਰ ਹੈ। ਹੁਣ ਗੋਲੀ ਨੇ ਕੀ ਕਰਨਾ ਹੈ? ਉਹ ਗੋਲੀ ਨੇ ਤੁਹਾਡੇ ਅੰਦਰ ਜਾ ਕੇ ਕੀ ਕਰਨਾ? ਤੁਹਾਡੀ ਬਾਡੀ ਨੂੰ ਸੁਸਤ ਕਰ ਦੇਣਾ ਹੈ, ਤੁਹਾਨੂੰ ਇੱਕ ਨੀਂਦ ਦੀ ਅਵਸਥਾ 'ਚ ਲੈ ਆਣਾ। ਜਿੱਦਾਂ ਕਹਿੰਦੇ ਨਾ ਸੁਸਤੀ ਬੰਦੇ ਨੂੰ ਪੈ ਜਾਂਦੀ, ਸਰੀਰ ਮਿੱਟੀ ਜਿਹਾ ਹੋ ਜਾਂਦਾ ਹੈ। ਜਦੋਂ ਸਰੀਰ ਮਿੱਟੀ ਹੋ ਜਾਂਦਾ ਹੈ ਉਹਦਾ ਦਿਮਾਗ ਸੁਸਤ ਪੈ ਜਾਂਦਾ ਹੈ, ਸੋਚਣਾ ਬੰਦ ਕਰ ਦਿੰਦਾ, ਤਾਂ ਬੰਦੇ ਨੂੰ ਲੱਗਦਾ ਮੈਨੂੰ ਆਰਾਮ ਆ ਰਿਹਾ ਕਿਉਂਕਿ ਮੇਰੀ ਚਿੰਤਾ ਘਟ ਗਈ ਹੈ। ਸਮਝਦੇ ਹੋ ਕਿ ਨਹੀਂ? ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਤੁਹਾਡੀ ਗੱਡੀ ਨਾ 120 ਦੀ ਸਪੀਡ ਤੇ ਜਾ ਰਹੀ ਹੋਵੇ ਤਾਂ ਅਚਾਨਕ ਕੋਈ ਹੈਂਡ ਬ੍ਰੇਕ ਖਿੱਚ ਦੇਵੇ ਤੇ 120 ਦੀ ਸਪੀਡ ਜਿਹੜੀ ਹੈ ਉਹ
40-50 ਦੀ ਰਹਿ ਜਾਵੇ ਤਾਂ ਤੁਸੀਂ ਕਹਿਣਾ ਹੁਣ ਮੇਰੀ ਗੱਡੀ ਠੀਕ ਹੋ ਗਈ। ਉਹ ਠੀਕ ਨਹੀਂ ਹੋਈ, ਬਲਕਿ ਉਹ ਅਗਰ ਬ੍ਰੇਕ ਲਾ ਕੇ ਰੱਖਾਂਗੇ, ਹੈਂਡ ਬ੍ਰੇਕ ਖਿੱਚ ਕੇ ਰੱਖਾਂਗੇ ਤਾਂ ਗੱਡੀ ਦਾ ਸਤਿਆਨਾਸ਼ ਹੋ ਜਾਏਗਾ। ਇਸੇ ਤਰ੍ਹਾਂ ਡਿਪਰੈਸ਼ਨ ਦੀ ਦਵਾਈ ਖਾ ਕੇ ਅਸੀਂ ਠੀਕ ਨਹੀਂ ਹੁੰਦੇ, ਬਲਕਿ ਜੇ ਦਵਾਈ ਜ਼ਿਆਦਾ ਦਿਨ ਚਾਲੂ ਰੱਖੀ ਤਾਂ ਸਾਡੇ ਦਿਮਾਗ ਦਾ ਵੀ ਸਤਿਆਨਾਸ਼ ਹੋ ਜਾਣਾ। ਫਿਰ ਕੀ ਹੋਣਾ ਹੈ? ਚਿੜਚਿੜਾਪਨ, ਮਾੜੀ ਮਾੜੀ ਗੱਲ ਬਰਦਾਸ਼ਤ ਨਹੀਂ ਹੋਣੀ, ਡਰਨਾ ਸ਼ੁਰੂ ਕਰ ਦੇਣਾ, ਫੀਅਰ ਆ ਜਾਣਾ ਕਿ ਮਾੜੀ ਮਾੜੀ ਗੱਲ ਦੀ ਚਿੰਤਾ ਹੋਣੀ, ਔਰ ਦਵਾਈਆਂ ਦੀ ਕੁਆਂਟੀਟੀ यानी मिकदार बढ़ी जानी है। ये पहला 50 mg ਦੀ ਗੋਲੀ ਹੈ, ਫਿਰ 100 mg ਦੀ ਹੋ ਜਾਣੀ ਹੈ, 100 ਦੀ ਹੈ ਤਾਂ 250 ਦੀ ਹੋ ਜਾਣੀ ਹੈ। ਦਵਾਈਆਂ ਦੀ ਕੁਆਂਟੀਟੀ ਵਧੀ ਜਾਣੀ ਹੈ, ਪਰ ਇਨਸਾਨ ਦੀ ਦਿਮਾਗ ਦੀ ਹਾਲਤ ਹੋਰ ਡੈਡ ਹੋਈ ਜਾਣੀ ਹੈ। ਇਸ ਲਈ ਇਹਦੇ ਨਾਲੋਂ ਚੰਗਾ ਕੀ ਹੈ? ਜਦੋਂ ਕਹਿੰਦੇ ਡਿਪਰੈਸ਼ਨ, ਤੇ ਇਹਦਾ ਮਤਲਬ ਇਹ ਡਿਪਰੈਸ਼ਨ ਵਾਸਤੇ ਮੈਨੂੰ ਦਵਾਈਆਂ ਦੀ ਜ਼ਰੂਰਤ ਨਹੀਂ ਹੈ, ਮੈਨੂੰ ਜ਼ਰੂਰਤ ਹੈ ਸਤਸੰਗ ਦੀ ਔਰ ਮੈਡੀਟੇਸ਼ਨ ਦੀ, ਧਿਆਨ ਦੀ, ਜਿੱਥੇ ਬਹਿ ਕੇ ਮੈਂ ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾ ਸਕਦਾ ਹਾਂ ਕਿ ਮੇਰੇ ਤੇ ਕੋਈ ਚਿੰਤਾ ਦਾ, ਨਾ ਆਉਣ ਵਾਲੇ ਕੱਲ ਦਾ, ਨਾ ਗੁਜ਼ਰੇ ਹੋਏ ਕੱਲ ਦਾ ਮੇਰੇ ਤੇ ਕੋਈ ਅਸਰ ਹੋਵੇ ਹੀ ਨਾ। ਇਸ ਲਈ ਜਿਹੜੇ ਇੱਥੇ ਬੈਠੇ ਨਾ ਸੋਚ ਰਹੇ ਡਿਪਰੈਸ਼ਨ ਹੈ, ਦਵਾਈ ਖਾਣੀ ਬੰਦ ਕਰੋ, ਨਹੀਂ ਤਾਂ ਅੱਗੇ ਤੋਂ ਅੱਗੇ ਤੁਹਾਡੀ ਯਾਦਾਸ਼ਤ ਵੀ ਘਟੀ ਜਾਣੀ ਹੈ, ਮਾੜੀ ਮਾੜੀ ਗੱਲ ਤੇ ਖਿਝ ਵੀ ਆਈ ਜਾਣੀ ਹੈ, ਔਰ ਅੰਦਰ ਸਕੂਨ ਜਿਹਾ ਨਹੀਂ ਰਹਿਣਾ, ਬੇਚੈਨੀ ਜਿਹੀ ਰਹਿਣੀ ਹੈ, ਔਰ ਤੁਸੀਂ ਦੇਖੋਗੇ ਸਰੀਰ ਵੀ ਮਿੱਟੀ ਜਿਹਾ, ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਨਾ, ਕਿਉਂਕਿ ਦਵਾਈਆਂ ਦਾ ਅਸਰ। ਇਸ ਲਈ ਇਹ ਜਿਹਨੂੰ ਕਿਹਾ ਜਾਂਦਾ ਨਾ ਡਿਪਰੈਸ਼ਨ, ਕੋਈ ਡਿਪਰੈਸ਼ਨ ਨਹੀਂ, ਕੋਈ ਬਿਮਾਰੀ ਨਹੀਂ ਹੈ ਇਹ, ਬਸ ਬੰਦੇ ਜਿੱਦਾਂ ਦੱਸਿਆ ਕਿ ਇੱਕ ਫਿਕਰ, ਇੱਕ ਚਿੰਤਾ। ਚਿੰਤਾ ਕਾਦੀ? ਹੁਣ ਕਈ ਵਾਰ ਬੰਦੇ ਨੂੰ ਚਿੰਤਾ ਹੁੰਦੀ ਮੇਰਾ ਪਿੱਛੇ ਨੁਕਸਾਨ ਹੋ ਗਿਆ, ਮੇਰਾ 10 ਲੱਖ ਦਾ ਨੁਕਸਾਨ ਹੋ ਗਿਆ, ਮੇਰਾ ਪੈਸਾ ਫਸਿਆ ਹੈ, ਮੇਰੀ ਆਹ ਚੀਜ਼ ਗਵਾਚ ਗਈ, ਉਹਦੇ ਬਾਰੇ ਸੋਚ ਸੋਚ ਕੇ ਬੰਦਾ ਦੁਖੀ ਹੁੰਦਾ ਰਹਿੰਦਾ ਹੈ। ਔਰ ਜਾਂ ਫਿਰ ਜਿੱਦਾਂ ਦੱਸਿਆ ਫਿਊਚਰ ਕੀ ਬਣੇਗਾ ਮੇਰਾ, ਪਤਾ ਨਹੀਂ ਮੈਂ ਅੱਗੇ ਕਾਮਯਾਬ ਹੋਣਾ ਜਾਂ ਨਹੀਂ ਹੋਣਾ, ਮੇਰੇ ਬੱਚੇ ਪਾਸ ਹੋਣੇ ਜਾਂ ਨਹੀਂ ਹੋਣੇ, ਮੇਰੇ ਬੱਚੇ ਦਾ ਵੀਜ਼ਾ ਲੱਗਣਾ ਜਾਂ ਨਹੀਂ ਲੱਗਣਾ, ਜੋ ਕਿ ਫਿਊਚਰ 'ਚ ਹਾਲੇ ਹੋਇਆ ਨਹੀਂ, ਜਾਂ ਉਹਦੀ ਚਿੰਤਾ ਬੰਦਾ ਕਰਦਾ ਰਹਿੰਦਾ ਹੈ। ਪਰ ਜਿਹੜੇ ਮੈਡੀਟੇਸ਼ਨ ਕਰਨ ਵਾਲੇ ਆ ਜਾਂ ਕਾਮਿਲ ਗੁਰੂ ਰਹਿਬਰ ਦੇ ਨਾਲ ਜੁੜੇ ਹੋਏ ਹੈ, ਉਹਨਾਂ ਨੂੰ ਪਤਾ ਹੈ ਕਿ ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ, ਉਹ ਤਾਂ ਹੁਣ ਵਾਪਸ ਆ ਨਹੀਂ ਸਕਦਾ, ਪਰ ਉਹਦੇ ਬਾਰੇ ਸੋਚ ਸੋਚ ਕੇ ਦੁਖੀ ਹੋ ਕੇ ਮੈਂ ਆਪਣੇ ਅੱਜ ਨੂੰ ਜ਼ਰੂਰ ਗਵਾ ਰਿਹਾ ਹਾਂ। ਔਰ ਆਉਣ ਵਾਲੇ ਕੱਲ ਦੀ ਚਿੰਤਾ ਕੀ ਕਰਨੀ ਹੈ? ਅਗਰ ਮੈਂ ਅੱਜ ਬੈਸਟ ਕਰੂੰਗਾ, ਅੱਜ ਅੱਛਾ ਕਰੂੰਗਾ, ਤਾਂ ਪੱਕੀ ਗੱਲ ਹੈ ਜਿਹੜਾ ਅੱਜ ਅੱਛਾ ਕਰੇਗਾ ਉਹ ਆਉਣ ਵਾਲਾ ਕੱਲ ਆਪੇ ਹੀ ਅੱਛਾ ਹੋ ਜਾਏਗਾ। ਇਸ ਲਈ ਕਈ ਵਾਰ ਦੱਸਦੇ ਆ ਕਿ ਆਉਣ ਵਾਲੇ ਕੱਲ ਦੀ ਚਿੰਤਾ ਵਿੱਚ ਅੱਜ ਤੁਸੀਂ ਡਰ ਡਰ ਕੇ, ਰੋ ਕੇ, ਦੁਖੀ ਹੋ ਕੇ ਆਪਣਾ ਅੱਜ ਖਰਾਬ ਕਰ ਸਕਦੇ ਹੋ, ਜਾਂ ਆਉਣ ਵਾਲੇ ਕੱਲ ਦੀ ਨਾ ਅੱਜ ਤੁਸੀਂ ਤਿਆਰੀ ਕਰ ਸਕਦੇ ਹੋ ਕਿ ਆਉਣ ਵਾਲੇ ਕੱਲ 'ਚ ਆਹ ਹੋਣ ਵਾਲਾ, ਅੱਜ ਮੈਂ ਜਿੰਨੀ ਮਿਹਨਤ ਕਰ ਸਕਾਂ, ਜਿੰਨੀ ਜ਼ਿਆਦਾ ਆਪਣੇ ਆਪ ਨੂੰ ਬੈਸਟ ਕਰ ਸਕਾਂ, ਅੱਜ ਮੈਂ ਅੱਛਾ ਕਰਾਂ, ਕਿਉਂਕਿ ਅੱਜ ਦੀ ਮਿਹਨਤ ਮੇਰੀ ਆਉਣ ਵਾਲੇ ਕੱਲ 'ਚ ਮੈਨੂੰ ਕਾਮਯਾਬੀ ਦੇਗੀ। ਸਮਝ ਰਹੇ ਹੋ ਕਿ ਨਹੀਂ? ਹੁਣ ਇੱਕ ਬੰਦਾ ਸੋਚੇ ਪਤਾ ਨਹੀਂ ਮੇਰੀ ਕੱਲ ਨੂੰ ਦੁਕਾਨ ਬੰਦ ਨਾ ਹੋਵੇ, ਚੱਲਣੀ ਹੈ ਨਹੀਂ ਚੱਲਣੀ, ਹੁਣ ਅਸੀਂ ਕਹਾਂਗੇ ਇਹਦੇ ਨਾਲੋਂ ਨਾ, ਇਹ ਸੋਚ ਨਾਲੋਂ ਕਿ ਮੇਰੀ ਦੁਕਾਨ ਦਾ ਕੱਲ ਨੂੰ ਕੀ ਬਣੇਗਾ, ਚੱਲੇਗੀ ਜਾਂ ਨਹੀਂ, ਇਹ ਸੋਚਣ ਨਾਲੋਂ ਇਹ ਸੋਚੋ ਅੱਜ ਮੈਂ ਕੀ ਐਸਾ ਕਰ ਸਕਦਾ ਕਿ ਮੇਰਾ ਕੰਮ ਹੋਰ ਵਧੇ, ਮੈਂ ਅੱਜ ਆਪਣੀ ਮਿਹਨਤ ਨੂੰ ਕਿੰਨਾ ਵਧਾ ਸਕਦਾ ਆ। ਜੇ ਮੈਂ 6 ਘੰਟੇ ਦੁਕਾਨ ਖੋਲਦਾ ਆ ਤਾਂ 8 ਘੰਟੇ ਕਰ ਦੇਵਾਂ, ਮਿਹਨਤ ਨੂੰ ਵਧਾ ਦੇਵਾਂ। ਜੇ ਅੱਛਾ ਕਰੂੰਗਾ, ਮਿਹਨਤ ਕਰੂੰਗਾ, ਆਉਣ ਵਾਲੇ ਕਸਟਮਰਾਂ ਦੀ ਇੱਜ਼ਤ ਕਰੂੰਗਾ, ਉਹਨਾਂ ਨਾਲ ਪਿਆਰ ਕਰੂੰਗਾ, ਉਹਨਾਂ ਨੂੰ ਰਿਸਪੈਕਟ ਦਊਂਗਾ, ਤਾਂ ਕਦੀ ਹੋ ਹੀ ਨਹੀਂ ਸਕਦਾ ਕਿ ਜਿੱਥੋਂ ਪਿਆਰ ਮਿਲੇ, ਇੱਜ਼ਤ ਮਿਲੇ, ਅੱਛਾ ਮਿਹਨਤੀ ਇਨਸਾਨ ਹੋਵੇ, ਉਹਦਾ ਕੰਮ ਕਦੀ ਬੰਦ ਹੋ ਹੀ ਨਹੀਂ ਸਕਦਾ। ਪਰ ਹੁਣ ਇਨਸਾਨ ਨੇ ਕਰਨਾ ਕੀ ਹੈ? ਹੁਣ ਇਹਨੂੰ ਇਦਾਂ ਸਮਝ ਲੈ ਕਿ ਦੁਕਾਨਦਾਰ ਬੈਠਾ ਹੈ, ਗਾਹਕ ਆਂਦਾ ਹੈ, ਮੈਨੂੰ ਭਾਜੀ ਆਹ ਚੀਜ਼ ਚਾਹੀਦੀ, ਉੱਥੋਂ ਲੈ ਲਓ, ਏਦਾਂ ਬੈਠਾ ਉਹ, ਆ ਦੇ ਦੇ ਕਾਕਾ ਇਹਨਾਂ ਨੂੰ ਆਹ ਚੀਜ਼ ਦੇ ਦੇ, ਤਾਂ ਕੋਈ ਪੁੱਛੇ ਮਹਾਰਾਜ ਤੁਸੀਂ ਬੈਠ, ਉਹ ਮੈਂ ਸੋਚ ਰਿਹਾ ਕੱਲ ਨੂੰ ਮੇਰੀ ਦੁਕਾਨ ਕਿਤੇ ਬੰਦ ਨਾ ਹੋ ਜਾਵੇ। ਭਾਈ ਜੇ ਇਦਾਂ ਦੀਆਂ ਹਰਕਤਾਂ ਰਹੀਆਂ ਤਾਂ ਬੰਦ ਹੋਣੀ ਹੈ, ਤੇਰੀ ਸੋਚਣ ਨਾਲ ਕੁਝ ਨਹੀਂ ਹੋਣਾ। ਉਹ ਕਸਟਮਰ ਆਵੇ, ਉੱਠ ਕੇ ਬੁਲਾਓ, ਹਾਂਜੀ ਭਾਜੀ ਆਓ ਆਓ ਬੈਠੋ, ਦੱਸੋ ਕੀ ਚਾਹੀਦਾ ਹੈ। ਬਹੁਤ ਪ੍ਰਭਾਵ ਉਸ ਲਈ ਪੈਂਦਾ ਜਦੋਂ ਦੁਕਾਨ ਦਾ ਮਾਲਿਕ ਆਪ ਉੱਠ ਕੇ ਕਸਟਮਰ ਨੂੰ ਰਿਸਪੈਕਟ ਦਿੰਦਾ ਨਾ। ਉਹ ਤੁਹਾਡੇ ਅੱਗੇ ਰੱਖੇ ਹੋਏ ਜਿੰਨੇ ਮਰਜ਼ੀ ਮੈਂਬਰ ਹੱਥ ਜੋੜੀ ਜਾਣ, ਪਰ ਤੁਸੀਂ ਉੱਠ ਕੇ ਬੁਲਾ ਲੈਂਦੇ ਹੋ ਨਾ, ਤਾਂ ਉਹਦਾ ਕਸਟਮਰ ਤੇ ਬੜਾ ਪ੍ਰਭਾਵ ਪੈਂਦਾ, ਔਰ ਐਸੇ ਬੰਦੇ ਦੀ ਦੁਕਾਨ ਕਦੀ ਬੰਦ ਹੋ ਹੀ ਨਹੀਂ ਸਕਦੀ। ਸਾਨੂੰ ਨਾ ਇੱਕ ਵਾਰ ਹੁਣ ਇੱਕ ਅਪਬੀਤੀ ਯਾਦ ਆ ਗਈ ਸਾਨੂੰ। ਅਸੀਂ ਜਰਮਨ ਤੋਂ ਸਵਿਟਜ਼ਰਲੈਂਡ ਜਾਣਾ ਸੀ, ਬਾਈ ਕਾਰ ਜਾ ਰਹੇ ਸੀ, ਤਾਂ ਦੇਖਿਆ ਕਿ ਰਸਤੇ 'ਚ ਨਾ ਰਾਤ ਦਾ ਸਫ਼ਰ ਸੀ, ਅਸੀਂ ਰਾਤ ਨੂੰ ਸਫ਼ਰ ਕਰ ਰਹੇ ਸੀ, ਤਾਂ ਇੱਕ ਪੈਟਰੋਲ ਪੰਪ ਐਸਾ ਸੀ ਹਾਈਵੇ ਤੇ, ਹਾਲਾਂਕਿ ਪੈਟਰੋਲ ਪੰਪ ਬਹੁਤ ਸੀ, ਪਰ ਪੈਟਰੋਲ ਪੰਪ ਉਹ ਸੁੰਨਮਸਾਨ ਹੀ ਸੀ, ਯਾਨੀ ਉੱਥੇ ਕੋਈ ਗੱਡੀ ਨਜ਼ਰ ਨਹੀਂ ਆਉਂਦੀ ਸੀ, ਪਰ ਇੱਕ ਪੈਟਰੋਲ ਪੰਪ ਤੇ ਲਾਈਨ ਲੱਗੀ ਹੋਈ ਸੀ ਗੱਡੀਆਂ ਦੀ। ਉਹ ਸਾਨੂੰ ਬੜੀ ਹੈਰਾਨੀ ਹੋਈ ਕਿ ਜਿੱਥੇ ਇੰਨੇ ਪੈਟਰੋਲ ਪੰਪ ਹੈ, ਇਸੇ ਪੈਟਰੋਲ ਪੰਪ ਤੇ ਗੱਡੀਆਂ ਦੀ ਲਾਈਨ ਕਿਉਂ ਲੱਗੀ ਹੈ? ਕਿ ਇਹ ਪੈਟਰੋਲ ਕੋਈ ਸਪੈਸ਼ਲ ਪੈਟਰੋਲ ਹੈ, ਯਾਨੀ ਇਹ ਪੰਪ ਤੇ ਕੋਈ ਸਪੈਸ਼ਲ ਪੈਟਰੋਲ ਆਉਂਦਾ ਕਿ ਜਿਹੜਾ ਲੋਕੀ ਉੱਥੋਂ ਨਹੀਂ ਪਾਉਂਦੇ, ਇੱਥੋਂ ਪਾਉਂਦੇ ਆ। ਤਾਂ ਉਸ ਲਈ ਜਿਹੜਾ ਜੀਵ ਸਾਡੇ ਨਾਲ ਸੀ ਨਾ, ਉਹਨੇ ਦੱਸਿਆ ਮਾਲਕੋ, ਪੁਆਣ ਨੂੰ ਅਸੀਂ ਵੀ ਉੱਥੋਂ ਪਵਾ ਸਕਦੇ ਹਾਂ, ਪੁਆਣ ਨੂੰ ਅਸੀਂ ਵੀ ਪਿਛਲੇ ਪੰਪਾਂ ਤੋਂ ਪਵਾ ਸਕਦੇ ਹਾਂ, ਪਰ ਮਾਲਕੋ ਅਸੀਂ ਜਦੋਂ ਵੀ ਇੱਧਰ ਨੂੰ ਜਾਈਦਾ ਨਾ, ਕਦੀ ਵੀ
ਤਾਂ ਮੈਂ ਤਾਂ ਸਪੈਸ਼ਲ ਇਸੇ ਪੈਟਰੋਲ ਪੰਪ ਤੋਂ ਪਵਾਉਂਦਾ ਜਿੱਥੇ ਲਾਈਨ ਲੱਗੀ ਹੈ। ਇਹ ਕਾਰਨ ਕੀ ਹੈ? ਕੋਈ ਪੈਟਰੋਲ 'ਚ ਫਰਕ ਹੈ? ਕਹਿੰਦੇ ਜੀ ਪੈਟਰੋਲ 'ਚ ਕੋਈ ਫਰਕ ਨਹੀਂ। ਅਸੀਂ ਕਿਹਾ ਰੇਟ 'ਚ ਫਰਕ ਹੈ, ਸ਼ਾਇਦ ਰੇਟ ਘੱਟ ਹੋਵੇ ਇੱਥੇ। ਜਿੱਦਾਂ ਬੰਦਾ ਕਹਿੰਦਾ ਨਹੀਂ ਉੱਥੇ 100 ਰੁਪਏ ਦਾ ਮਿਲਦਾ ਇੱਥੇ 75 ਰੁਪਏ ਦਾ ਮਿਲਦਾ ਹੈ, ਕਿ ਰੇਟ 'ਚ? ਕਹਿੰਦਾ ਰੇਟ 'ਚ ਵੀ ਕੋਈ ਫਰਕ ਨਹੀਂ। ਇਹ ਕਿਹਾ ਫਰਕ ਕੀ ਹੈ ਫਿਰ? ਇੱਥੇ ਕਿਉਂ ਲਾਈਨ ਲੱਗੀ ਹੋਈ ਹੈ, ਇੱਥੋਂ ਹੀ ਕਿਉਂ ਪਾਉਂਦਾ ਆ? ਉਹ ਕਹਿੰਦਾ ਮਾਲਕੋ ਤੁਸੀਂ ਆਪ ਦੇਖ ਲਿਓ। ਔਰ ਵਾਕਿਆ ਹੀ ਜਦੋਂ ਅਸੀਂ ਗਏ ਨਾ ਪੈਟਰੋਲ ਪੰਪ ਤੇ, ਗੱਡੀ ਪਹੁੰਚੀ ਹੈ ਸਾਡੀ, ਜਦੋਂ ਪਹੁੰਚੀ ਹੈ ਤੇਲ ਪਾਉਣ ਵਾਸਤੇ, ਤਾਂ ਉਸ ਵੇਲੇ ਪੈਟਰੋਲ ਪੰਪ ਦੇ ਜਿਹੜੇ ਵਰਕਰ ਸੀ, ਇੱਕ ਦੌੜਾ ਆਇਆ। ਉਹਨੇ ਆ ਕੇ ਪੁੱਛਿਆ, ਸਰ ਕੀ ਮੈਂ ਗੱਡੀ ਦੇ ਟਾਇਰਾਂ ਦੀ ਹਵਾ ਚੈੱਕ ਕਰ ਲਵਾਂ? ਯਾਨੀ ਉਹ ਆਪਣੀ ਭਾਸ਼ਾ 'ਚ ਪੁੱਛ ਰਿਹਾ ਉਹਨਾਂ ਨੂੰ। ਇਹ ਤਾਂ ਅਸੀਂ ਤੁਹਾਨੂੰ ਅਨੁਵਾਦ ਕਰਕੇ ਦੱਸ ਰਹੇ ਹਾਂ, ਕਿਉਂਕਿ ਆਪਣੀ ਲੈਂਗੁਏਜ 'ਚ ਪੁੱਛ ਰਿਹਾ ਹੈ। ਉਹ ਭਾਸ਼ਾ ਸਾਨੂੰ ਵੀ ਨਹੀਂ ਆਉਂਦੀ ਸੀ, ਕਿਉਂਕਿ ਸਵਿਟਜ਼ਰਲੈਂਡ ਦੀ ਭਾਸ਼ਾ ਵੀ ਤੁਹਾਨੂੰ ਪਤਾ ਹੀ ਹੈ ਕੁਝ ਡਿਫਰੈਂਟ ਹੈ। ਉਹ ਕਹਿੰਦਾ ਜੀ ਮੈਂ ਹਵਾ ਚੈੱਕ ਕਰ ਦੇਵਾਂ? ਇਹਨਾਂ ਕਿਹਾ ਕਰ ਦਿਓ। ਉਹਨਾਂ ਫਟਾਫਟ ਗੱਡੀ ਖੜੀ ਹੈ, ਨਾਲ ਹੀ ਉਹਨਾਂ ਆ ਕੇ ਹਵਾ ਚੈੱਕ ਕੀਤੀ। ਔਰ ਫਿਰ ਇੱਧਰ ਤੇਲ ਪੈ ਰਿਹਾ ਹੈ। ਉਹਨਾਂ ਪਹਿਲਾਂ ਹਵਾ ਚੈੱਕ ਕੀਤੀ ਇੱਕ ਬੰਦੇ ਨੇ, ਇੱਕ ਤੇਲ ਪਾ ਰਿਹਾ ਹੈ। ਫਿਰ ਦੂਜਾ ਆਇਆ, ਕਹਿੰਦੇ ਤੁਹਾਡੀ ਵਿੰਡਸ਼ੀਟ ਸਾਫ਼ ਕਰ ਦੇਵਾਂ, ਯਾਨੀ ਸ਼ੀਸ਼ਾ ਸਾਫ਼ ਕਰ ਦੇਵਾਂ? ਉਹਨੇ ਬਾਹਰੋਂ ਸਾਫ਼ ਕੀਤਾ। ਤਾਂ ਫਿਰ ਪੁੱਛਿਆ ਅੰਦਰੋਂ ਵੀ ਕਰ ਦੇਵਾਂ? ਫਿਰ ਉਹਨੇ ਅੰਦਰੋਂ ਵੀ ਕੀਤਾ। ਉਹਦੇ ਨਾਲ ਕੀ ਹੋਇਆ? ਸ਼ੀਸ਼ਾ ਸਾਫ਼ ਹੋਣ ਨਾਲ ਰਾਤ ਨੂੰ ਸਫ਼ਰ ਕਰਨਾ ਹੋਰ ਵੀ, ਕਿਉਂਕਿ ਸ਼ੀਸ਼ਾ ਸਾਫ਼ ਹੋਇਆ, ਮਿਰਰ ਸਾਫ਼ ਹੁੰਦਾ, ਸ਼ੀਸ਼ਾ ਸਾਫ਼ ਹੋ ਜਾਂਦਾ, ਗਲਾਸ ਸਾਫ਼ ਹੋ ਜਾਂਦਾ, ਤਾਂ ਆਉਣ ਵਾਲੀਆਂ ਗੱਡੀਆਂ ਦੀ ਲਾਈਟ ਫਿਰ ਉਹਨਾਂ ਅੱਖਾਂ ਦੇ ਅਸਰ ਨਹੀਂ ਪਾਉਂਦੀ, ਕਲੀਅਰ ਨਜ਼ਰ ਆ ਜਾਂਦਾ ਹੈ। ਇਦਾਂ 2-3 ਸਰਵਿਸਾਂ ਉਹਨਾਂ ਨੇ ਜਦੋਂ ਕੀਤੀਆਂ, ਯਾਨੀ ਇੱਕ ਟਾਇਰਾਂ ਦੀ ਹਵਾ ਆਪਣੇ ਆਪ ਫਟਾਫਟ ਚੈੱਕ ਕਰ ਲਈ, ਦੂਜਾ ਸ਼ੀਸ਼ਾ ਬਾਹਰੋਂ ਵੀ ਸਾਫ਼ ਕੀਤਾ, ਅੰਦਰੋਂ ਵੀ। ਔਰ ਜਿਸ ਵੇਲੇ ਪੈਸੇ ਦੇਣ ਤੋਂ ਬਾਅਦ ਤੁਰਨ ਲੱਗੇ, ਉਹਨੇ ਸਲੂਟ ਮਾਰਿਆ, ਕਹਿੰਦਾ ਥੈਂਕ ਯੂ ਸਰ, ਔਰ ਇਹ ਸੇਵਾ ਦਾ ਅਵਸਰ ਦੇਣ ਲਈ ਤੁਹਾਡਾ ਧੰਨਵਾਦ। ਹੁਣ ਸੇਵਾ ਕੀਤੀ ਸਾਡੀ, ਯਾਨੀ ਸ਼ੀਸ਼ਾ ਉਹਨਾਂ ਸਾਫ਼ ਕੀਤਾ, ਕਹਿਣਾ ਸਾਨੂੰ ਚਾਹੀਦਾ ਥੈਂਕ ਯੂ। ਤੂੰ ਸ਼ੀਸ਼ਾ ਸਾਫ਼ ਕੀਤਾ, ਤੂੰ ਫ੍ਰੀ 'ਚ ਹਵਾ ਚੈੱਕ ਕੀਤੀ, ਪਰ ਕਹਿ ਉਹ ਰਿਹਾ ਹੈ ਥੈਂਕ ਯੂ ਸਰ, ਸਾਨੂੰ ਇਹ ਸੇਵਾ ਦਾ ਮੌਕਾ ਦੇਣ ਲਈ ਅੱਗੇ ਤੋਂ ਜ਼ਰੂਰ ਆਓ। ਕਮਾਲ ਦੀ ਗੱਲ ਹੈ। ਹੁਣ ਸਾਨੂੰ ਪਤਾ ਲੱਗਾ ਸੀ, ਫਿਰ ਉਹਨੂੰ ਕਿਹਾ, ਇਹ ਕਿ ਹੁਣ ਤੇਰੇ ਦੱਸਣ ਦੀ ਲੋੜ ਨਹੀਂ, ਹੁਣ ਸਾਨੂੰ ਪਤਾ ਲੱਗ ਗਿਆ ਕਿ ਇੱਥੇ ਗੱਡੀਆਂ ਕਿਉਂ ਆਉਂਦੀਆਂ ਆ। ਕਿਉਂਕਿ ਤੇਲ ਤਾਂ ਪਾਉਂਦੇ ਹੀ ਹੈ, ਪਰ ਜਿਹੜੀ ਕਸਟਮਰ ਨੂੰ ਰਿਸਪੈਕਟ ਦਿੰਦੇ ਆ, ਜੋ ਇੱਜ਼ਤ ਦਿੰਦੇ ਆ, ਜੋ ਐਕਸਟਰਾ ਸੇਵਾ ਕਰਦੇ ਆ ਨਾ, ਹੁਣ ਬਾਕੀ ਪੈਟਰੋਲ ਪੰਪ ਤਾਂ ਬੰਦ ਹੋ ਸਕਦੇ, ਪਰ ਇਹਨਾਂ ਦਾ ਕਦੀ ਬੰਦ ਨਹੀਂ ਹੋ ਸਕਦਾ। ਇਸ ਲਈ ਹਮੇਸ਼ਾ ਇੱਕ ਗੱਲ ਯਾਦ ਰੱਖੋ ਕਿ ਜਦੋਂ ਤੁਸੀਂ ਅਗਲੇ ਨੂੰ ਉਹਦੀ ਸੋਚ ਤੋਂ ਜ਼ਿਆਦਾ ਕੁਝ ਦਿੰਦੇ ਹੋ ਨਾ, ਤਾਂ ਫਿਰ ਅਗਲਾ ਹਮੇਸ਼ਾ ਮੁੜ ਕੇ ਤੁਹਾਡੇ ਕੋਲ ਹੀ ਆਏਗਾ। ਸਮਝ ਆ ਰਹੀ ਨਹੀਂ ਸਾਡੀ ਗੱਲ? ਇਸ ਲਈ ਜਿਹੜਾ ਬਿਜ਼ਨਸਮੈਨ ਹੈ, ਚਾਹੇ ਕੋਈ ਦੁਕਾਨਦਾਰ ਹੈ, ਚਾਹੇ ਕੋਈ ਕੰਮ ਕਰਨ ਵਾਲਾ ਕਰਮਚਾਰੀ ਹੈ, ਅਗਰ ਉਹ ਆਪਣੇ ਬੌਸ ਦੀ ਖਾਤਰ, ਆਪਣੇ ਆਫਿਸ ਦੀ ਖਾਤਰ, ਆਪਣੀ ਕੰਪਨੀ ਦੀ ਖਾਤਰ ਕੁਝ ਐਕਸਟਰਾ ਕਰਦਾ ਹੈ, ਅਸੀਂ ਕਹਿੰਦੇ ਕੰਪਨੀ ਜਦੋਂ ਦੇਖਦੀ ਨਾ ਇਹ ਬੰਦਾ ਮੇਰੀ ਖਾਤਰ ਐਕਸਟਰਾ ਕਰ ਰਿਹਾ ਹੈ, ਤਾਂ ਜਦੋਂ ਬੰਦੇ ਕੱਢਣ ਦੀ ਵਾਰੀ ਆਏਗੀ ਉਹ ਸਾਰਿਆਂ ਨੂੰ ਕੱਢ ਦੇਗੀ, ਪਰ ਜਿਹੜਾ ਐਕਸਟਰਾ ਕਰਦਾ ਹੋਏਗਾ ਉਹਨੂੰ ਕਦੀ ਨਹੀਂ ਕੱਢੇਗੀ। ਉਹਨੂੰ ਪਤਾ ਹੈ ਆਪਣੀ ਕੀਮਤ ਤੋਂ ਜ਼ਿਆਦਾ ਮੈਨੂੰ ਦੇ ਰਿਹਾ। ਪਰ ਕਈਆਂ ਦੀ ਸੋਚ ਪਤਾ ਕੀ ਹੁੰਦੀ ਹੈ? ਕਈ ਕਹਿੰਦੇ ਪਹਿਲਾਂ ਕੰਪਨੀ ਸਾਡੀ ਤਨਖਾਹ ਵਧਾਵੇ, ਫਿਰ ਅਸੀਂ ਉਹਨਾਂ ਵਾਸਤੇ ਵਧੀਆ ਕੰਮ ਕਰਾਂਗੇ। ਇਦਾਂ ਦੇ ਬੰਦੇ ਕਦੀ ਤਰੱਕੀ ਕਰ ਹੀ ਨਹੀਂ ਸਕਦੇ। ਪਰ ਜਿਹੜਾ ਬੰਦਾ ਸੋਚਦਾ ਪਹਿਲਾਂ ਮੈਂ ਵਧੀਆ ਕੰਮ ਕਰਾਂ, ਆਪਣੇ ਬੌਸ ਨੂੰ ਦਿਖਾਵਾਂ, ਮੈਨੇਜਰ ਨੂੰ ਦਿਖਾਵਾਂ ਮੈਂ ਕਿੰਨਾ ਵੈਸਟ ਕਰ ਸਕਦਾ ਆ, ਤਾਂ ਫਿਰ ਉਹਦੀ ਪ੍ਰਮੋਸ਼ਨ ਵੀ ਕਹਿ ਦਿਓ ਹੁਣ। ਇਸ ਲਈ ਫਿਊਚਰ ਦੀ ਚਿੰਤਾ ਕਿਹਨਾਂ ਨੂੰ ਹੁੰਦੀ? ਜਿਹੜੇ ਨਿਕੰਮੇ ਹੁੰਦੇ ਆ, ਹਾਏ ਮੇਰਾ ਕੀ ਬਣੇਗਾ। ਬੋਲੋ ਸਮਝਦੇ ਹੋ ਕਿ ਨਹੀਂ? ਫਿਊਚਰ ਦੀ ਚਿੰਤਾ ਉਹਨਾਂ ਨੂੰ ਹੁੰਦੀ ਹੈ ਕਿ ਜਿਹੜੇ ਬੰਦਿਆਂ ਨੂੰ ਪਤਾ ਕਿ ਆਪਣੀ ਮਿਹਨਤ ਦੇ ਹਿਸਾਬ ਨਾਲ ਮੈਂ ਜਿੰਨਾ ਮੈਂ ਕਰ ਸਕਦਾ ਉਹਨਾਂ ਕੰਮ ਮੈਂ ਕਰਦਾ ਨਹੀਂ। ਮੈਂ 100% ਕਰ ਸਕਦਾ, ਪਰ ਕਰਦਾ ਮੈਂ 70%। ਤਾਂ ਇਦਾਂ ਦੇ ਬੰਦੇ ਨੂੰ ਡਰ ਹੁੰਦਾ ਕਿ ਮੇਰਾ ਕੱਲ ਨੂੰ ਕੀ ਬਣੇਗਾ। ਪਰ ਅਸੀਂ ਇੱਕ ਗੱਲ ਕਵਾਂਗੇ ਸ਼ਰਤ ਲਾ ਕੇ ਕਿ ਜਿਹੜਾ ਅੱਜ ਆਪਣਾ 101% ਕਰਦਾ ਹੈ ਨਾ, ਉਹਨੂੰ ਕਦੀ ਡਰ ਨਹੀਂ ਹੋਏਗਾ। ਉਹ ਕਹੇਗਾ ਮੈਂ ਜਿੱਥੇ ਮਰਜ਼ੀ ਖੜ ਜਾਵਾਂ, ਮੈਨੂੰ ਪਤਾ ਮੈਂ ਬੈਸਟ ਕਰਦਾ ਹਾਂ, ਬੈਸਟ ਕਰਨਾ ਹੈ ਔਰ ਅੱਗੇ ਵੀ ਬੈਸਟ ਕਰਦੇ ਰਹਿਣਾ ਹੈ। ਔਰ ਜਿਹੜਾ ਬੈਸਟ ਕਰਨ ਵਾਲਾ ਹੈ ਉਹਨੂੰ ਕਦੀ ਕੁਦਰਤ ਵੀ ਹਾਰ ਆਣੇ ਨਹੀਂ ਦਿੰਦੀ। ਸੋ ਕੀ ਬਣਨਾ ਹੈ ਤੁਸੀਂ? ਵੈਸਟ ਬਣਨਾ ਹੈ। ਵੈਸਟ ਕਰੋ। ਜੇ ਹਾਊਸ ਵਾਈਫ ਹੋ ਤਾਂ ਘਰ ਦੇ ਵਿੱਚ ਮੈਂ ਕੀ ਵੈਸਟ ਕਰ ਸਕਦੀ ਹਾਂ? ਖਾਣੇ ਨੂੰ ਮੈਂ ਕਿੱਦਾਂ ਵੈਸਟ ਬਣਾ ਸਕਦੀ ਹਾਂ? ਘਰ ਦੀ ਮੈਂ ਸਾਫ਼ ਸਫਾਈ ਵੈਸਟ ਕਿੱਦਾਂ ਕਰ ਸਕਦੀ ਹਾਂ? ਆਪਣੇ ਪਰਿਵਾਰ ਦੀ ਦੇਖ ਰੇਖ ਕਿੱਦਾਂ ਵੈਸਟ ਕਰ ਸਕਦੀ ਹਾਂ? ਉਹਦੇ ਬਾਰੇ ਸੋਚਾਂ। ਇਹ ਨਾ ਸੋਚੋ ਕਿ ਇੰਨਾ ਕਰ ਸਕਦੀ, ਪਰ ਨਹੀਂ ਕਰਨ 'ਚ ਨਹੀਂ ਲਾਣਾ ਮੈਂ, ਕਿਉਂਕਿ ਕਰ ਬੰਦਾ ਬਹੁਤ ਕੁਝ ਸਕਦਾ ਹੈ। ਫਿਰ ਕਵਾਂਗੇ ਤੁਹਾਡੇ ਅੰਦਰ ਬੜੀਆਂ ਸ਼ਕਤੀਆਂ ਹੈ, ਤੁਹਾਡੇ ਅੰਦਰ ਬੜੀ ਤਾਕਤ ਹੈ, ਪਰ ਕਾਸ਼ ਤੁਸੀਂ ਉਹ ਤਾਕਤ ਨੂੰ ਸਮਝ ਸਕੋ। ਅੱਜ ਤੁਸੀਂ ਸਾਇੰਸ ਦੀ ਨਾ ਇੱਕ ਥਿਉਰੀ ਪੜ੍ਹ ਕੇ ਦੇਖਿਓ। ਉਹ ਕਹਿੰਦੇ ਬੰਦੇ ਦੇ ਬ੍ਰੇਨ 'ਚ ਜਿੰਨੀ ਤਾਕਤ ਹੈ ਨਾ, ਬੰਦਾ ਉਹਦਾ 3% ਪੂਰੀ ਜ਼ਿੰਦਗੀ ਇਸਤੇਮਾਲ ਕਰਦਾ, 97% ਤਾਂ ਉਹ ਤਾਕਤ ਦਾ ਇਸਤੇਮਾਲ ਹੀ ਨਹੀਂ ਕਰ ਪਾਉਂਦਾ। ਇਹਦਾ ਮਤਲਬ ਕੀ ਹੈ ਕਿ ਬਚਪਨ ਤੋਂ ਲੈ ਕੇ ਜੇ ਤੁਸੀਂ 70, 80, 90 ਸਾਲ ਤੱਕ ਜਿਉਂਦੇ ਹੋ ਜਾਂ 100 ਸਾਲ ਤੱਕ ਜਿਉਂਦੇ ਹੋ, ਤਾਂ ਤੁਸੀਂ ਪੂਰੀ ਜ਼ਿੰਦਗੀ ਆਪਣੇ ਬ੍ਰੇਨ ਦੀ ਕਿੰਨੀ ਤਾਕਤ ਦਾ ਇਸਤੇਮਾਲ ਕਰਦੇ ਹੋ? 3 ਤੋਂ 5%। ਇਹ ਵੀ ਸ਼ਾਇਦ ਜ਼ਿਆਦਾ ਕਹਿਤਾ ਸੀ
क्योंकि साइंस की थ्योरी की कहती है कि ब्रेन च बंदे के अंदर बहुत बड़ी शक्ति है, पर समझ लो कि 100% शक्ति है, पर पहले दिन तो लैके पहली घड़ी तो लैके जो जन्म होंदा और लास्ट अपने आखिरी श्वासा तक असी चाहे 70 साल जिए हैं, 50 साल जिए हैं, 80 साल जिए हैं, 100 साल जिए हैं, वो ताकत कितनी इस्तेमाल करते हैं? सिर्फ 3 ਤੋਂ 5, यानी 95% साडे अंदर ही दबी रह जाती है। ऐसा समझ लो कि बंदे को करोड़ रुपया है, पर बंदा वो सारी जिंदगी करोड़ की जगह 300 च गुजार दिंदा है कि 300 च गुजारा करना पूरी जिंदगी, और 300 च गुजारा करदा करदा बंदा दुखी हुंदा है, धक्के खांदा है, परेशानियां नाल ओदी जिंदगी गुजरदी है। काश वो जान लवे कि मैं 300 ते गुजारा करने वाला, मेरे को तो 3 करोड़ रुपया है, वो मैं किद्दां ओदा इस्तेमाल कर सकां, किद्दां वो चाबी नाल वो ताला खोल सकां, ताकि मैनू ज्ञान होवे कि मेरे अंदर शक्ति किड्डी बड़ी बैठी है। अगर वो शक्ति नू अनलॉक करना आ जावे, अगर वो शक्ति नू जगाना आ जावे, तो इंसान की जिंदगी कुछ होर हो सकती है। इसलिए इत्थे एक शब्द अंदर दसांगे जिहदे च इंसान दे घट च की है, इंसान दे अंदर की ओहदे वाल इशारा कीता है कि घट में हीरा घट में मोती। घट यानी तुहाडा ये शरीर, ये वजूद, इहदी तरफ इशारा हो रहा है कि तुहाडे इस घट दे अंदर, ये जिस्म रूपी घर दे अंदर जिहदे च तुहाडी रूह बैठी है, आत्मा बैठी है, इहदे अंदर है की कित्थे बैठे हो तुसीं? हुण ये ना सोचो पंडाल च बैठे हैं, बैठन दा मतलब तुसीं अंदर कित्थे बैठे हो, वो किहड़ी ताकत तुहाडे अंदर है, ओहदे बारे दस्सिया। घट में हीरा घट में मोती घट में नूर अपारा, कि आ जेडे हीरे मोतियां मगर तुसीं दौड़दे हो ना, वो कहंदे हीरे मोती भी ओहदे सामने कुछ है नहीं जो तेरे अंदर है। नहीं तो जरा गौर करो, आ जिन्हां ने अंदरले हीरियां नू जानिया, अंदरले मोतियां नू जानिया, जिद्दां कहानी है ना कि श्री गुरु रविदास जी ने अंदरले खजाने नू जानिया, तो कोई पारस दे गया तो उन्होंने पारस उदे ही छप्पर च रख दिता। सुनिए ना कहानी तुसीं, वो घटना है। हुण जरा सोचो, वो गुरुआं नू पारस दे गया, पर उन्होंने छुआ तक नहीं, उदे ही पिया है, और काफी महीनों बाद जदों आया तो उन्होंने कहा उत्थे ही पिया, चक लै भाई। तो हुण सोचो, उन्होंने पारस की भी फिक्र नहीं की, तो बंदा 10-10 रुपए वाले मरदा जाता है। बोलो समझदे हो कि नहीं? पता लग जाए ना 10 रुपए वाधू ले ले है, इन्हें 5 रुपए वाधू ले ले है। देखिया कि कई बार ना बीबियां या बंदे वो रिक्शे वाले ना 10-10 रुपए पिछे लड़ते फिरते, तू तो रेट ज्यादा ले लिया, तू ये कर लिया, वो बंदा 10 रुपए वाले मरदा जाता है, क्योंकि बंदे को ये नहीं पता कि उसके अंदर कितना बड़ा खजाना है। वो जिन्हों पता लग जाए मेरे अंदर अनमोल धन है, वो फिर बाहरों पैसों की खातर, पदार्थों की खातर नहीं लड़ता। वो कहता कोई गल नहीं, लख चला भी गया तो मेरे अंदर अलख खजाना है। अलख यानी जरा गिनती च नहीं आता, कहते ना परमात्मा को अलख कहा गया है, अलख, ताही तो कहते अलख निरंजन, वो अंदर है भंडार। जो उन्होंने खजानिया का पता लग जाता, बंदा कहता जी हथों 100 चला भी गया, लख चला भी गया, 10 लाख चला भी गया, परवाही कोई नहीं, वो एडा बड़ा खजाना है, उन्हें इदा के 10 लाख लखा ही ले आने हैं, बहुत आ जाना है। एक विश्वास तो होना चाहिए ना, पता तो होना चाहिए है। बंदा थोड़ी थोड़ी चीज पिछे, वो कई बार तो असीं देखते हैं कि कोर्ट कचहरियां तक बंदा पहुंच जाता है, या डांगा निकल आंदियां है, सिर फट जाते हैं, खून खराबे हो जाते हैं, परचे हो जाते हैं, कादी खातर? एक रास्ते की खातर, कि मैनू रास्ता नहीं कढ़न दिता, मैनू पानी की नाली नहीं कढ़न दी इत्थों। बोलो समझदे हो कि नहीं? और जदों इंसान नू पता लग जावे कि मेरे अंदर किहड़ियां शक्तियां हैं, तो फिर वो जमीनां दे झगड़े, जायदादां दे झगड़े मिटी जाते हैं। फिर वो की कहता है कि तुसीं सब कुछ मेरे को ले लो, तां परवाह कोई नहीं, जे मैं जंगल च भी जाके बह जाऊं तो मैनू पता मेरे अंदर वो शक्ति बैठी है कि जंगल च मंगल ला सकते हैं, ना मुमकिन नू मुमकिन कर सकते हैं। पर अपनी ताकतां ते विश्वास होना चाहिए, उसकी जानकारी होनी चाहिए है, ਉਹਦੇ ਬਾਰੇ पता होना चाहिए है। इसलिए असीं दस्सिया कि साडे आउण दा मकसद बहुत बड़ा है, क्योंकि असीं जगाना चाहते हैं तुहानूं। तुसीं सुत्ते पए हो, जागदे हो तुसीं नहीं, इहनूं जागना नहीं कहंदे, ਇਹ ਤਾਂ सिर्फ अखां ही खुलियां तुहाडीਆਂ, बाहरलियां अखां खुलियां है, पर हाले अंदरों दा तुसीं सुत्ते पे हो। क्योंकि अंदरली अख अगर खुल जावे, अंदरों अगर इंसान की अख खुल जावे ज्ञान वाली, तो फिर बंदे नूं पता लगता है कि मैं हाँ की, और मैं किहड़ी पदवी तक पहुंच सकता हाँ, मैं कित्थे जाके बैठ सकदा, तो मैं अपनी सोच नूं लैके बैठा कित्थे हां। मेरी मंजिल बहुत बड़ी है, पर मैं बैठा जिद्दां कई बार दसीदा ना, हैगे शेर दे बच्चे, पर समझी अपने नूं गिद्दड़ बैठे हां, या गिद्दड़ भी बहुत बड़ी चीज है, चूहे समझी बैठे हैं कि असीं चूहे हां, पर नहीं, ये चूहे नहीं हो, तुसीं सर्व शक्तिशाली परमात्मा दी सर्व शक्तिशाली संतान हो।
इसलिए दसिया घट में हीरा घट में मोती घट में नूर अपारा कि तुहाडे अंदर ही वो हीरे है सब तो कीमती और तुहाडे अंदर ही वो मोती है सब तो कीमती और तुहाडे घट दे अंदर ही वो अपार नूर है। अपार का मतलब जिहदा कोई पारावार ही नहीं है, जिहदा कोई अंत ही नहीं है, वो नूर तुहाडे अंदर जगमगा रहा है। ताही असीं कई बार दसीदा गुरबाणी चाहता मन तू जोत स्वरूप है कि तुहाडे अंदर ही वो ज्योति जगमगा रही है जिहदा कोई अंत ही नहीं है। घट में हीरा घट में मोती घट में नूर अपारा घट में भक्ति घट में शक्ति घट में सिरजन हारा। भक्ति भी घट अंदर ही है क्योंकि जे बंदा कहे ना भक्ति करनी है तो मैं भक्ति लैन चला किसी तीरथ ते, तीर्थां ते भक्ति नहीं मिलती। भक्ति का मतलब है इत्थे बह जाओ अखां बंद करके अंदर ही चल रही भक्ति तो अंदर ही चलती है। हाँ गुरु को युक्ति लैनी पैंदी है, गुरु को विधि लैनी पैंदी है, गुरु को मार्ग पुछना पैंदा क्योंकि भक्ति का भी एक मार्ग हुंदा, एक तरीका हुंदा, एक विधि हुंदी है। और ये विधि सानू ओही संत महापुरुष दस सकते हैं जिन्होंने अपने आप नू जानिया होवे, जिहड़े आप एनर्जी नू जगा चुके हैं ਉਹੀ ਸਾਨੂੰ ਦਿਖਾ ਸਕਦੇ। ਹੁਣ ਫਰਜ਼ ਕਰੋ ਜੇ ਤੁਹਾਡੇ ਕਿਤੇ ਪੇਨ ਹੁੰਦੀ ਹੈ ਜਾਂ ਤੁਹਾਡੀ ਬਾਡੀ ਅਨਹੈਲਦੀ ਹੈ, ਹੁਣ ਜਰਾ ਜਵਾਬ ਦੇਣਾ ਸਾਨੂੰ ਸੋਚ ਸਮਝ ਕੇ ਕਿ ਤੁਸੀਂ ਫਰਜ਼ ਕਰੋ ਜਿਮ ਜਾਣਾ ਹੈ ਤਾਂ ਜਿਮ ਵਿੱਚ ਜਾ ਕੇ ਤੁਹਾਨੂੰ ਕੋਈ ਕਸਰਤ ਦਾ ਨਹੀਂ ਪਤਾ ਕਿ ਮੈਂ ਐਕਸਰਸਾਈਜ਼ ਕਰਨੀ ਹੈ, ਮੈਨੂੰ ਕਿਹੜੀ ਐਕਸਰਸਾਈਜ਼ ਲਾਣੀ ਚਾਹੀਦੀ ਹੈ, ਮੈਨੂੰ ਕਿਹੜੀ ਕਸਰਤ ਕਰਨੀ ਚਾਹੀਦੀ ਹੈ, ਤਾਂ ਤੁਸੀਂ ਕਿਹਨੂੰ ਪੁੱਛੋਗੇ? ਜਿਹੜਾ ਪਹਿਲੇ ਬਿਮਾਰ ਹੈ, ਮਾੜਕੂ ਜਾਂ ਪਤਲੂ ਜਾਂ ਬੈਠਾ ਹੈ ਜਾਂ ਮੋਟੂ ਜਾਂ ਬੈਠਾ ਹੈ, ਜਾਂ ਤੁਸੀਂ ਕਿਹਨੂੰ ਪੁੱਛੋਗੇ ਜਿਹੜਾ ਖੁਦ ਫਿੱਟ ਹੈ, ਜਿਹਦੀ ਖੁਦ ਬਾਡੀ ਤੁਸੀਂ ਦੇਖਦੇ ਹੋ ਕਿ ਭਾਈ ਇਹ ਪੂਰੀ ਤਰ੍ਹਾਂ ਫਿੱਟ ਹੈ, ਤੰਦਰੁਸਤ ਹੈ, ਜਿੱਦਾਂ ਦੀ ਮੈਂ ਬਾਡੀ ਚਾਹੁੰਦਾ, ਜਿੱਦਾਂ ਉਹ ਆਪਣੇ ਆਪ ਨੂੰ ਬਣਾਉਣਾ ਚਾਹੁੰਦਾ ਉਦਾਂ ਦਾ ਪਹਿਲੇ ਹੀ ਇੱਥੇ ਮੌਜੂਦ ਹੈ, ਇਹਦੇ ਮਸਲ ਹੈ, ਤਾਂ ਤੁਸੀਂ ਕਿਹਦੇ ਕੋਲ ਜਾ ਕੇ ਸਲਾਹ ਲਓਗੇ? ਜੇ ਮਾੜਕੂ ਜੇ ਤੋਂ ਲਈ ਜਿਹੜਾ ਵਿਚਾਰਾ ਤੁਰਦਾ ਹੀ ਚੱਕਰ ਆ ਕੇ ਗਿਰ ਜਾਂਦਾ ਤੁਸੀਂ ਕਹਣਾ ਇਹਨਾਂ ਮੈਨੂੰ ਵੀ ਆਪਣੇ ਵਰਗੇ ਕਰ ਦੇਣਾ, ਤਾਂ ਜੇ ਮੋਟੂ ਜੇ ਤੋਂ ਲਈ ਪੇਟ ਬਾਹਰ ਨਿਕਲਿਆ ਹੈ, ਆਪ ਹੀ ਫੈਲਿਆ ਫਿਰਦਾ ਹੈ, ਭਾਈ ਦੱਸੋ ਐਕਸਰਸਾਈਜ਼ ਨਾਲ ਫਿੱਟ ਕਿੱਦਾਂ ਹੋਵਾਂ? ਤਾਂ ਕਹਿਣਾ ਪਾਗਲ, ਜੇ ਉਹਨੂੰ ਪਤਾ ਹੁੰਦਾ ਆਪ ਨੂੰ ਨਾ ਕਰਦਾ, ਉਹ ਆਪ ਉਹ ਅਨਫਿੱਟ ਬੈਠਾ, ਤੈਨੂੰ ਕਿੱਦਾਂ ਫਿੱਟ ਕਰ ਦੇਗਾ? ਇਹ ਦੱਸਣਾ ਕੀ ਚਾਹੁੰਦੇ ਆ? ਯੁਕਤੀਆਂ ਵੀ ਉਹਨਾਂ ਕੋਲੋਂ ਲਈਆਂ ਜਾਂਦੀਆਂ ਜਿਹੜੇ ਖੁਦ એનર્ਜੀ ਦੇ ਭੰਡਾਰ ਹੋਣ। ਹੁਣ ਇੱਕ ਬੰਦਾ ਬੈਠਾ ਹੋਵੇ, ਹਾਂਜੀ ਕੀ ਹਾਲ ਹੈ, ਠੀਕ ਹੋ ਤੁਸੀਂ? ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਮਹਾਰਾਜ ਕੋਈ એનર્ਜੀ ਦੀ ਗੱਲ ਦੱਸੋ, ਸਾਡੇ ਅੰਦਰ એનર્ਜੀ ਕਿੱਦਾਂ ਜਾ ਕੇ? ਕੋਈ ਨਹੀਂ ਵਿਧੀ ਦੇ ਦਿੰਦੇ ਆ, ਆਹ ਕੰਮ ਕਰਨਾ ਫਿਰ ਦੇਖੋ એનર્ਜੀ એનર્ਜੀ એનર્ਜੀ। ਹੁਣ ਅਸੀਂ ਕਹਾਂਗੇ ਇੱਥੇ ਤਾਂ ਨੀਂਦ ਹੀ ਆਣੀ ਬੰਦੇ ਨੂੰ, એનર્ਜੀ ਕੀ ਮਿਲਣੀ? ਬੰਦੇ ਨੂੰ ਕਹਿਣਾ ਮਹਾਰਾਜ ਤੁਹਾਡੀ ਸੁਸਤੀ ਮੈਨੂੰ ਆ ਗਈ ਹੈ, ਚੰਗੀ ਭਲੀ ਜਿਹੜੀ ਮਾੜੀ ਮੋਟੀ એનર્ਜੀ ਸੀ ਤੁਹਾਡੀ ਆਵਾਜ਼ ਸੁਣ ਕੇ ਤਾਂ ਮੇਰੀ ਉਹ ਵੀ એનર્ਜੀ, ਉਹ એનર્ਜੀ ਵੀ ਉਹੀ ਸਾਡੇ ਅੰਦਰ ਭਰ ਸਕਦਾ ਜਿਹੜਾ ਆਪ એનર્ਜੀ ਦਾ ਭੰਡਾਰ ਹੋਵੇ। ਉਹ ਮੰਜ਼ਿਲ ਤੇ ਸਾਨੂੰ ਉਹ ਲੈ ਕੇ ਜਾ ਸਕਦਾ ਜਿਹੜਾ ਖੁਦ ਮੰਜ਼ਿਲ ਤੇ ਪਹੁੰਚਿਆ ਹੋਵੇ, ਕਿਉਂਕਿ ਜਾਣਕਾਰੀ ਸਾਨੂੰ ਜਾਣਕਾਰੀ ਦੇ ਸਕਦਾ ਹੈ। ਦਵਾਈਆਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਕਿਸੇ ਰੇੜੀ ਵਾਲੇ ਫਰੂਟ ਵਾਲੇ ਕੋਲ ਨਹੀਂ ਮਿਲਣੀ, ਕਿਸੇ ਡਾਕਟਰ ਕੋਲ ਹੀ ਮਿਲਣੀ ਹੈ। ਹੁਣ ਤੁਸੀਂ ਸਬਜ਼ੀ ਲੈਣ ਗਏ ਹੋ, ਹਾਂਜੀ ਆਲੂ ਕਿੱਦਾਂ ਕਿਲੋ? ਨਾਲੇ ਦੱਸਿਓ ਮੈਨੂੰ ਨਾ ਸਿਰ ਬਹੁਤ ਦਰਦ, ਨਹੀਂ ਕਿਹੜੀ ਦਵਾਈ ਲਵਾਂ? ਉਹ ਭਾਈ ਆਲੂ ਵਾਲੇ ਕੋ ਆਲੂ ਦੇ ਬਾਰੇ ਪੁੱਛ ਕਿ ਆਲੂ ਕਿਹੜੀ ਨਸਲ ਦਾ ਹੈ, ਇਹਦੀ ਸਬਜ਼ੀ ਚੰਗੀ ਬਣੂ ਕਿੱਦਾਂ ਦੀ ਬਣੂ? ਕਿਉਂਕਿ ਆਲੂਆਂ ਦੀ ਵੀ ਕਈ ਕੁਆਲਿਟੀ ਹੁੰਦੀ, ਕਈ ਸ਼ੂਗਰ ਫ੍ਰੀ ਹੁੰਦੇ, ਕਈ ਲਾਲ ਹੁੰਦੇ, ਕਈ ਚਿੱਟੇ ਹੁੰਦੇ ਆ, ਕਈ ਕਿਸ ਤਰ੍ਹਾਂ ਦੇ ਹੁੰਦੇ ਆ। ਆਲੂਆਂ ਦੇ ਬਾਰੇ ਪੁੱਛੇ ਕਿਹੜੇ ਆਲੂ ਹੈ, ਇਹਦੀ ਸਬਜ਼ੀ ਅੱਛੀ ਬਣੇਗੀ ਜਾਂ ਨਹੀਂ। ਹੁਣ ਉੱਥੇ ਪੁੱਛੇਗਾ ਕਿ ਮੈਨੂੰ ਆਹ ਬਿਮਾਰੀ ਦੀ ਦਵਾਈ ਦੱਸੋ ਮੈਂ ਕਿਹੜੀ ਲਵਾਂ, ਤਾਂ ਹੁਣ ਆਲੂ ਵਾਲਾ ਕੋਈ ਦਵਾਈ ਦੱਸ ਵੀ ਦੇਗਾ, ਖਾ ਕੇ ਕੋਈ ਚਾਂਸ ਨਹੀਂ ਕਿ ਤੁਹਾਨੂੰ ਫਾਇਦਾ ਹੋ ਪਾਵੇ। ਹੁਣ ਜਿਹਦਾ ਜੋ ਹੁੰਦਾ ਨਾ ਮਕਸਦ, ਫਿਰ ਕਵਾਂਗੇ ਇੱਕ ਡਾਕਟਰ ਕੋਲੋਂ ਦਵਾਈ ਬਾਰੇ ਪੁੱਛੋ ਜੇ ਦਵਾਈ ਚਾਹੀਦੀ ਹੈ ਤਾਂ ਡਾਕਟਰ ਦੀ ਸਲਾਹ ਲਓ ਜਿਹੜਾ ਅੱਛਾ ਡਾਕਟਰ ਹੋਵੇ, MBBS ਹੋਵੇ, ਕੋਈ ਡਿਗਰੀ ਹੋਵੇ ਦੇ ਕੋਲ। ਕਿਸੇ ਸਫ਼ਰ ਬਾਰੇ ਪੁੱਛਣਾ ਹੋਵੇ ਤਾਂ ਕਿਸੇ ਟਰੈਵਲ ਏਜੰਸੀ ਕੋਲੋਂ ਸਲਾਹ ਲਓ, ਕਿਸੇ ਟਰੈਵਲ ਏਜੰਟ ਕੋਲੋਂ ਸਲਾਹ ਲਓ ਕਿ ਇੱਧਰ ਜਾਣਾ ਤਾਂ ਭਾਈ ਰਸਤੇ ਬਾਰੇ ਦੱਸ ਸਾਨੂੰ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਜੇ ਰਹਿਮਤਾਂ ਬਾਰੇ ਸਲਾਹ ਲੈਣੀ ਹੈ ਤਾਂ ਫਿਰ ਕੋਈ ਡਾਕਟਰ ਨਹੀਂ ਦੇ ਸਕਦਾ, ਕੋਈ ਟਰੈਵਲ ਏਜੰਟ ਨਹੀਂ ਦੇ ਸਕਦਾ। ਉਹ ਰਹਿਮਤਾਂ ਨੂੰ ਕਿੱਦਾਂ ਪਾਇਆ ਜਾਵੇ, ਉਹ ਰਹਿਮਤ ਨੂੰ ਕਿੱਦਾਂ ਜਗਾਇਆ ਜਾਵੇ, ਉਹਦੀ ਸਲਾਹ ਲੈਣੀ ਤਾਂ ਆਜੋ ਸਾਡੇ ਕੋਲ, ਕਿਉਂਕਿ ਇਹਦੀ ਸਲਾਹ ਫਕੀਰ ਹੀ ਦੇ ਸਕਦੇ, ਇਹਦੀ ਸਲਾਹ ਸੰਤ ਮਹਾਪੁਰਸ਼ ਹੀ ਦੇ ਸਕਦੇ ਹੈ। ਜਿਹਦਾ ਫਿਰ ਕਹਾਂਗੇ ਕਿ ਜਿਹੜੇ ਆਪ એનર્ਜੀ ਨੂੰ ਜਗਾਉਂਦੇ ਆ ਨਾ, ਉਹੀ ਤੁਹਾਡੀ ਸੁੱਤੀ એનર્ਜੀ ਨੂੰ ਜਗਾਉਣ ਦੀ ਕਲਾ ਦੱਸ ਸਕਦੇ ਹੈ। ਜਿਹੜੇ ਆਪ ਆਪਣੇ ਆਪ ਨੂੰ ਫਿੱਟ ਬਣਾ ਰਹੇ ਆ ਨਾ, ਉਹੀ ਤੁਹਾਨੂੰ ਵੀ ਫਿਟਨੈਸ ਦੀ ਕਲਾ ਦੱਸ ਸਕਦੇ ਆ ਕਿ ਤੁਸੀਂ ਕਿੱਦਾਂ ਫਿੱਟ ਹੋ ਸਕਦੇ ਹੋ। ਔਰ ਅਸੀਂ ਫਿਰ ਕਹਾਂਗੇ ਮਜ਼ਾ ਤਾਂ ਫੇਰ ਹੈ ਕਿ ਦਿਨ ਪ੍ਰਤੀ ਦਿਨ ਤੁਹਾਡੀ ਫਿਟਨੈਸ ਹੋਰ ਵੱਧਦੀ ਚਲੀ ਜਾਵੇ, ਕਿ ਦਿਨ ਪ੍ਰਤੀ ਦਿਨ ਤੁਸੀਂ ਢਿੱਲੇ ਨਾ ਹੋਵੋ, ਬਿਮਾਰ ਨਾ ਹੋਵੋ, ਦੁਖੀ ਨਾ ਹੋਵੋ, ਬਲਕਿ ਤੁਸੀਂ ਕਹਿ ਸਕੋ ਕਿ ਦਿਨ ਪ੍ਰਤੀ ਦਿਨ ਮੇਰੀ ਸ਼ਕਤੀ ਵੱਧਦੀ ਜਾ ਰਹੀ ਹੈ, ਮੇਰਾ ਆਨੰਦ ਵੱਧਦਾ ਜਾ ਰਿਹਾ, ਮੇਰੀ ਸਿਹਤ ਹੋਰ ਅੱਛੀ ਹੁੰਦੀ ਜਾ ਰਹੀ ਹੈ, ਮੈਂ ਹੋਰ ਕਾਮਯਾਬੀ ਦੇ ਪੌੜੀਆਂ ਚੜ੍ਹਦਾ ਜਾ ਰਿਹਾ, ਮੈਂ ਸਫਲਤਾ ਦੀਆਂ ਪੌੜੀਆਂ ਹੁਣ ਚੜ੍ਹਨੀਆਂ ਕਿ ਨਹੀਂ?
ਤਾਂ ਫਿਰ ਸੋਚ ਲਓ ਕਿਹਦੇ ਨਾਲ ਜੁੜਨਾ ਫਿਰ। ਇਹ ਤਾਂ ਠੀਕ ਹੈ ਤੁਹਾਡੀ ਸੋਚ, ਐਸੀ ਨਹੀਂ ਕਹਿਣਾ, ਕਿਉਂਕਿ ਜੇ ਇਨਸਾਨ ਕੁਝ ਪਾਣਾ ਚਾਹੁੰਦਾ ਹੈ ਤਾਂ ਫਿਰ ਕਹਾਂਗੇ ਰੱਬ ਨੇ ਸਾਨੂੰ ਸਮਝ ਇਸੇ ਲਈ ਦਿੱਤੀ ਹੈ, ਅਕਲ ਇਸੇ ਲਈ ਦਿੱਤੀ ਹੈ, ਅੱਖਾਂ ਕੰਨ ਇਸੇ ਲਈ ਦਿੱਤੇ ਹੈ ਕਿ ਜੇ ਬੰਦੇ ਨੇ ਨਾ, ਤੁਸੀਂ ਦੇਖਦੇ ਹੋ ਇੱਕ ਬਰਤਨ ਵੀ ਲੈਂਦਾ ਬੰਦਾ ਠੋਕ ਵਜਾ ਕੇ ਦੇਖਦਾ ਹੈ, ਇੱਕ ਸਬਜ਼ੀ ਵੀ ਲੈਂਦਾ ਬੰਦਾ ਪਰਖ ਕੇ ਦੇਖਦਾ ਕਿ ਸਹੀ ਹੈ ਕਿ ਨਹੀਂ, ਤਾਂ ਫਿਰ ਇਹ ਵੀ ਦੇਖੋ ਕਿ ਮੈਂ ਸੰਗਤ ਵਿੱਚ ਕਿੱਥੇ ਬੈਠਣਾ ਹੈ ਜਾਂ ਕਿਹਨਾਂ ਦੀ ਸੋਬਤ ਕਰਨੀ ਹੈ। ਮੈਂ ਉਹਨਾਂ ਦੀ ਸੋਬਤ ਕਰਨੀ ਹੈ ਜਿਹੜੇ ਆਪ ਪੋਜ਼ਿਟਿਵਿਟੀ ਨਾਲ ਭਰਪੂਰ ਹੈ, ਆਪ એનર્ਜੀ ਨਾਲ ਭਰਪੂਰ ਹੈ, ਜਿਨ੍ਹਾਂ ਦੀ ਸੋਚ ਬਹਿ ਕੇ ਸਾਡੀ ਡਾਊਨ એનર્ਜੀ ਵੀ ਹਾਈ ਹੋ ਜਾਵੇ। ਸਮਝਦੇ ਹੋ ਕਿ ਨਹੀਂ? ਬਲਕਿ ਇਦਾਂ ਨਹੀਂ ਕਿ ਜਾਈਏ ਹਾਈ એનર્ਜੀ ਤਾਂ ਬਾਅਦ ਚ ਉੱਥੇ ਜਾ ਕੇ ਝੋਕਾ ਲੈ ਕੇ ਆ ਜਾਈਏ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਨਾ ਸਾਨੂੰ ਰਾਤ ਨੂੰ ਜਦੋਂ ਨੀਂਦ ਆਉਂਦੀ ਹੈ, ਹੁਣ ਦੱਸਣਾ ਚਾਹਾਂਗੇ ਤੁਹਾਨੂੰ ਅਸੀਂ ਆਪਣੇ ਆਪ ਨੂੰ ਕੀ ਕਹੀਦਾ ਹੈ ਕਿ ਕਈ ਵਾਰ ਰਾਤ ਨੂੰ ਜਦੋਂ ਨੀਂਦ ਆਉਂਦੀ ਹੈ, ਅੱਖਾਂ ਭਰੀਆਂ ਹੁੰਦੀਆਂ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਕੁਝ ਬੈਸਟ ਕਰੀਏ ਸੌਣ ਦਾ, ਕਿਉਂਕਿ ਫਿਰ ਵੀ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸ ਲਈ ਅਸੀਂ ਆਪਣੇ ਆਪ ਨੂੰ ਕਹੀਦਾ ਹੈ ਆंखों में नींद बहुत है, आंखों में नींद बहुत है मगर सोना नहीं है, आंखों में नींद बहुत है मगर सोना नहीं है, यही मौका है अपनी मंजिल को पाने का, इसे खोना नहीं है। यही तो मौका है अपनी मंजिल ਨੂੰ ਪਾਣ ਦਾ। ਇਸ ਲਈ ਜਦੋਂ ਸਵੇਰੇ ਉੱਠ ਕੇ ਸਿਮਰਨ ਤੇ ਬੈਠੋ ਨਾ, ਧਿਆਨ ਤੇ ਬੈਠੋ, ਝੋਕ ਆਵੇ ਤਾਂ ਕਹਿ ਦਿਓ ਆਪਣੇ ਆਪ ਨੂੰ ਉਸ ਲਈ ਕਿ ਅੱਖਾਂ 'ਚ ਨੀਂਦ ਤਾਂ ਬਹੁਤ ਹੈ ਪਰ ਸੋਨਾ ਨਹੀਂ ਹੈ। ਹੁਣ ਜੇ satsang 'ਚ ਵੀ ਬੈਠੋ ਨਾ, ਜੇ ਨੀਂਦ ਆਂਦੀ ਹੈ ਤਾਂ ਕਹਿ ਦਿਓ ਕਿ आंखों में नींद तो बहुत है मगर सोना नहीं है, यही है मौका अपनी मंजिल को पाने का, इसे ਸਾਡਾ ਤਾਂ ਗਲਾ ਬੈਠਾ, ਤੁਸੀਂ ਜ਼ੋਰ ਲਾ ਸਕਦੇ ਹੋ ਕਿਉਂਕਿ ਲਗਾਤਾਰ satsang ਹੋਣ ਕਰਕੇ ਨਾ ਸਾਡਾ ਗਲਾ ਥੋੜਾ ਹੈ, ਪਰ ਫਿਰ ਵੀ ਅਸੀਂ ਰੁਕਦੇ ਨਹੀਂ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਫਿਰ ਵੀ ਕਈ ਕਹਿੰਦੇ ਮਾਲਕੋ satsang ਹੋਲੀ, ਅਸੀਂ ਕੀ ਕਰੀਏ, એનર્ਜੀ ਇੰਨੀ ਹੈ ਕਿ ਤਾਂ ਫਟਣ ਨੂੰ ਫਿਰਦੀ ਹੈ। ਸਮਝਦੇ ਹੋ? ਹੋਲੀ ਕਿੱਦਾਂ ਕਰੀਏ? ਕਿਉਂਕਿ ਆਨੰਦ ਹੀ ਅੰਦਰ ਇੰਨਾ ਹੈ ਕਿ ਦਿਲ ਕਰਦਾ ਤੁਹਾਡੇ ਅੰਦਰ એનર્ਜੀ ਭਰ ਦਈਏ। ਅਸੀਂ ਤਾਂ ਕਈ ਵਾਰ ਕਹੀਦਾ ਕੋਈ ਇਦਾਂ ਦਾ ਇੰਜੈਕਸ਼ਨ ਹੈ ਨਹੀਂ એનર્ਜੀ ਦਾ, ਨਹੀਂ ਤਾਂ ਅਸੀਂ ਫੜ ਕੇ ਲਾਈਏ ਤੁਹਾਡੇ ਕਿ ਤੁਸੀਂ ਰੋਂਦੇ ਕਿਉਂ, ਦੁਖੀ ਕਿਉਂ, ਚਿੰਤਿਤ ਕਿਉਂ, ਉਹ ਤੁਹਾਨੂੰ ਭਰਪੂਰ ਕਰਕੇ ਭੇਜੀਏ, ਏਦਾਂ ਭੇਜੀਏ ਕਿ ਆਏ ਤੁਸੀਂ ਲਗੜਾਉਂਦੇ ਹੋਏ ਤਾਂ ਜਾਓ ਭੰਗੜੇ ਪਾਉਂਦੇ, ਕਿਉਂਕਿ એનર્ਜੀ ਇੰਨੀ ਕੰਮ ਕਰਦੀ ਹੈ ਅੰਦਰ, ਉਹ ਤਾਕਤ ਹੀ ਇੰਨੀ ਬੈਠੀ ਹੈ। ਔਰ ਜਿੱਦਾਂ ਜਿੱਦਾਂ ਅੱਗੇ ਤੋਂ ਅੱਗੇ ਦੇਖ ਰਹੇ ਹੋ એનર્ਜੀ ਦਾ ਲੈਵਲ ਸਾਡਾ ਹਾਈ ਹੋ ਰਿਹਾ ਹੈ। ਔਰ ਅਸੀਂ ਕਹਾਂਗੇ ਤੁਸੀਂ ਵੀ ਨੋਟ ਕਰਿਆ ਕਰੋ ਹਰ satsang ਦੇ ਵਿੱਚ ਕਿ એનર્ਜੀ ਵੱਧਦੀ ਹੈ ਜਾਂ ਘਟਦੀ ਹੈ, ਆਪਣੇ ਆਪ ਫੀਲ ਕਰਿਆ ਕਰੋ, ਕਿਉਂਕਿ ਅਸੀਂ ਕਹਿਣ ਵਾਲਿਆਂ ਚੋਂ ਨਹੀਂ, ਅਸੀਂ ਕਰਕੇ। ਇਸ ਲਈ ਫਿਰ ਤੁਹਾਨੂੰ ਕਹਾਂਗੇ ਤੜਕੇ ਉੱਠ ਕੇ ਜੇ ਤੁਸੀਂ 4 ਵਜੇ 4:30 5 ਵਜੇ ਸਿਮਰਨ ਤੇ ਬਹਿੰਦੇ ਹੋ ਨਾ, ਅੱਖਾਂ 'ਚ ਝੋਕ ਆਵੇ, ਨੀਂਦ ਆਵੇ ਤਾਂ ਉਸ ਲਈ ਕਹਿ ਦਿਆ ਕਰੋ ਕਿ ਠੀਕ ਹੈ, ਮੰਨਿਆ ਕਿ ਅੱਖਾਂ 'ਚ ਨੀਂਦ ਹੈ ਪਰ सोना नहीं है, क्योंकि यही वक्त है, यही मौका है अपनी मंजिल को पाने का, इसे ये satsang में बैठे नींद आवे तो उत्थे भी कह देना यही मौका है अपनी मंजिल को पाने का, इसे, क्योंकि जे सो गए तो फिर खो गए कि नहीं? हुण फर्ज करो ऐसले कोई बंदा सो जावे तो किन्नी रहमत हो रही है, किन्नी एनर्जी मिल रही है। हुण उन्हें सुत्ते तो बाद उठ के अज की होया satsang च, की बोलिया सी, ओ भाई तू गवा लिया, नहीं तो किन्ना कुछ मिलिया, किन्ना कुछ सीखिया, किन्ना हसे, किन्ना आनंद लिया, किन्ना ज्ञान मिलिया, वो सारा मौका ही तू सौ के गवा लिया। इसलिए ऐसी गुआन नहीं आए, और तुसी मालका दे आशिक हो, तुसी पान आए हो, गुआन नहीं, हासिल करके जाना है। जब पा सकते हैं तो फिर केड़ा मूर्ख है जो गवा के जावे? बोलो समझ दो कि नहीं? इसलिए कह दो ऐसी गुआन नहीं आए, ऐसी की पाना है मालिक दिया रहमत पान आए हैं, आनंद पान आए हैं, खुशी पान आए हैं, गुआन थोड़ी आए हैं जेडे घरां च बैठे गुआई रहे, असं तो पा रहे हैं। समझ रहे हो कि नहीं? क्योंकि घरां च बैठे की पता कि अज की बरसात होनी है, की बरसना है, तो असीं किहड़ी वो बरसात तो किहड़ी रहमत तो वांझे रह गए हैं। पर जिहड़ा पहुंच जाता है विश्वास दे नाल सब कुछ पा भी जाता है। इसलिए घट में हीरा, घट में मोती, घट में नूर अपारा, घट में भक्ति, घट ही में शक्ति, घट में सिरजन शक्ति भी तुहाडे किथे है। हुण तुसीं ऐं करदे हो, मुट्ठी बंद करदे हो कि बाहरों आंदी है, तुहाडे अंदर ही काम करदी कि नहीं शक्ति? ਅਸੀਂ कई बार दसिया है कि बंदा जदों दौड़दा है शक्ति किथे है, ਉਹਦੇ अंदर ही है, दौड़दा है। हुण एक दौड़ना नॉर्मल हुंदा है, एक दौड़ना इनाम वास्ते हुंदा है, और एक दौड़ना वो भी हुंदा जदों मगर कुत्ता दौड़ पवे।
ਫਿਰ ਉਦੋਂ ਬੰਦਾ ਕਿੰਨੀ ਜਾਨ ਲਾ ਕੇ ਦੌੜਦਾ ਹੈ। ਇਹ ਕਿੱਥੇ ਹੈ ਸ਼ਕਤੀ? ਇਹ ਹਰ ਸ਼ਕਤੀ ਸਿਚੁਏਸ਼ਨ ਦੇ ਹਿਸਾਬ ਨਾਲ ਅੰਦਰ ਆ ਜਾਂਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਕੈਲੀਫੋਰਨੀਆ ਦੀ ਘਟਨਾ ਇੱਥੇ ਯਾਦ ਆ ਗਈ ਕਿ ਇੱਕ ਰੌਬਰਟ ਨਾਮ ਦਾ ਆਦਮੀ ਸੀ, ਉਹ ਆਪਣੀ ਗੱਡੀ ਦੇ ਥੱਲੇ ਬੈਠਾ ਨਾ ਗੱਡੀ ਦਾ ਕੰਮ ਕਰ ਰਿਹਾ ਸੀ। ਜਰਾ ਗੌਰ ਕਰਨ ਵਾਲੀ ਗੱਲ ਹੈ। ਰੌਬਰਟ ਨਾਮ ਦਾ ਆਦਮੀ ਆਪਣੀ ਗੱਡੀ ਦੇ ਥੱਲੇ ਬੜਿਆ, ਯਾਨੀ ਉਹਦਾ ਸਿਰ ਥੋੜਾ ਬਾਹਰ ਸੀ, ਯਾਨੀ ਪੈਰ ਬਾਹਰ ਸੀ, ਸਿਰ ਅੰਦਰ ਸੀ। ਜਿੱਦਾਂ ਕਈ ਵਾਰ ਲੇਟ ਕੇ ਅੰਦਰ ਜਾਂਦਾ ਨਾ, ਤੇ ਇਦਾਂ ਉਹ ਕੰਮ ਕਰ ਰਿਹਾ ਸੀ। ਜੈਕ ਤੇ ਗੱਡੀ ਲਾਈ ਹੋਈ ਸੀ ਕਿ ਅਚਾਨਕ ਉਹਦੀ ਗੱਡੀ ਦਾ ਜੈਕ ਜਿਹੜਾ ਫਿਸਲ ਗਿਆ ਔਰ ਉਹ ਗੱਡੀ ਉਹਦੀ ਪੂਰੀ ਚੈਸਟ ਤੇ ਆ ਗਈ। ਹੁਣ ਚੈਸਟ ਤੇ ਆਈ ਤਾਂ ਉਹਦੀ ਇੱਕ ਬੱਚੀ ਬੇਟੀ ਜਿਹੜੀ ਸੀ, ਕਹਿੰਦੇ 18-19 ਸਾਲ ਦੀ ਬੱਚੀ ਸੀ, ਉਹ ਦੌੜੀ ਆਈ। ਜੈਨਟ ਉਹਦਾ ਨਾਮ ਸੀ। ਦੌੜੀ ਆਈ, ਬਾਪ ਦੇ ਲੱਤਾਂ ਐ ਹਿਲ ਰਹੀਆਂ, ਆਵਾਜ਼ ਵੀ ਨਹੀਂ ਨਿਕਲਦੀ, ਝਟਪਟਾ ਰਿਹਾ ਹੈ। ਤਾਂ ਉਹਨੂੰ ਲੱਗਾ ਮੇਰਾ ਡੈਡੀ ਨੇ ਮਰ ਜਾਣਾ। ਉਹਨੇ ਕੀ ਕੀਤਾ? ਪੂਰੀ ਜਾਨ ਲਗਾ ਕੇ ਗੱਡੀ ਦਾ ਉਹ ਪਕੜਿਆ। ਜਰਾ ਗੌਰ ਕਰਨਾ, ਬੋਨਟ ਤੋਂ ਥੱਲੇ ਹੁੰਦਾ ਨਾ ਜਿੱਥੇ ਟਾਇਰ ਹੁੰਦੇ ਆ, ਉਹ ਕਹਿੰਦੇ ਉਹ ਪਕੜਿਆ ਔਰ ਪੂਰੀ ਜਾਨ ਲਗਾ ਕੇ ਉਹਨਾਂ ਗੱਡੀ ਇੰਨੀ ਚੱਕ ਲਈ ਕਿ ਡੈਡੀ ਉਹਦਾ ਬਾਹਰ ਆ ਗਿਆ। ਜਦੋਂ ਬਾਹਰ ਆਇਆ ਗੱਡੀ ਥੱਲੇ ਡਿੱਗੀ। ਉਹ ਡੈਡੀ ਨੇ ਕਿਹਾ ਬੇਟਾ ਜੈਨਟ ਇਹ ਤੂੰ ਕਿੱਦਾਂ ਕਰ ਲਿਆ? ਕਹਿੰਦੀ ਮੈਨੂੰ ਆਪ ਨਹੀਂ ਪਤਾ, ਪਰ ਜਦੋਂ ਮੈਂ ਤੁਹਾਡੇ ਪ੍ਰਾਣ ਸੰਕਟ 'ਚ ਕੀਤੇ ਦੇਖੇ ਤਾਂ ਮੈਂ ਕੋਈ ਕਿਹਾ ਐ ਗੋਡ ਹੈਲਪ ਮੀ, ਨਹੀਂ ਤਾਂ ਮੇਰੇ ਫਾਦਰ ਨੇ ਡੈਡ ਹੋ ਜਾਣਾ ਹੈ। ਕਹਿੰਦੇ ਮੈਂ ਗੋਡ ਕੋਲੋਂ ਹੈਲਪ ਮੰਗੀ ਤਾਂ ਪਤਾ ਨਹੀਂ ਡੈਡ ਕਿੱਦਾਂ ਚੱਕ ਹੋ ਗਈ। ਇਹ ਸੱਚੀ ਘਟਨਾ ਦੱਸ ਰਹੇ ਹਾਂ ਤੁਹਾਨੂੰ। ਇਹ ਡਾਕਟਰ ਜੋਸਫ ਮਰਫੀ ਨੇ ਆਪਣੀ ਕਿਤਾਬ ਅੰਦਰ ਵੀ ਲਿਖੀ ਹੋਈ ਹੈ, ਦ ਪਾਵਰ ਆਫ ਸਬਕੌਂਸ਼ੀਅਸ ਮਾਈਂਡ, ਕਿ ਉਸ ਲਈ ਇੱਕ ਬੱਚੀ 18-19 ਸਾਲ ਦੀ ਬੱਚੀ ਜਿਹੜੀ ਗੱਡੀ ਨੂੰ ਸ਼ਾਇਦ ਬੜੇ ਤੋਂ ਬੜਾ ਪਹਿਲਵਾਨ ਨਹੀਂ ਚੱਕ ਸਕਦਾ ਸੀ, ਜਦੋਂ ਸੰਕਟ ਦੀ ਘੜੀ 'ਚ ਦੇਖਿਆ ਕਿ ਮੇਰੇ ਬਾਪ ਦੀ ਮੌਤ ਹੋ ਸਕਦੀ ਹੈ, ਉਹ ਸ਼ਕਤੀ ਕਿੱਥੋਂ ਆਈ? ਕਿਉਂਕਿ ਉਹਨੇ ਹੈਲਪ ਕਿੱਥੋਂ ਮੰਗੀ? ਐ ਗॉड ਹੈਲਪ ਮੀ, ਗॉड ਪਲੀਜ਼ ਹੈਲਪ ਮੀ, ਐ ਰੱਬ ਮੇਰੀ ਮਦਦ ਕਰ। ਕਿਉਂਕਿ ਪਤਾ ਸੀ ਜੇ ਮੇਰੀ ਮਦਦ ਨਾ ਕੀਤੀ ਤਾਂ ਮੇਰੇ ਡੈਡੀ ਨੇ ਮਰ ਜਾਣਾ ਹੈ। ਪੂਰੀ ਜਾਨ ਲਗਾ ਦਿੱਤੀ ਉਹਨੇ ਔਰ ਵਾਕਈ ਗੱਡੀ ਇੰਨੀ ਚੱਕ ਲਈ ਕਿ ਡੈਡੀ ਬਾਹਰ ਆ ਗਿਆ ਔਰ ਡੈਡੀ ਦੀ ਜਾਨ ਬਚ ਗਈ। ਪਰ ਉਹ ਹੈਰਾਨ ਸੀ। ਤਾਂ ਫਿਰ ਪਤਾ ਲੱਗਦਾ ਕਿ ਇਨਸਾਨ ਦੇ ਅੰਦਰ ਬੜੀਆਂ ਸ਼ਕਤੀਆਂ ਹੈ, ਪਰ ਉਹ ਆਪਣੇ ਆਪ ਨਹੀਂ ਜਾਗਦੀਆਂ। ਗॉड ਨੂੰ ਆਵਾਜ਼, ਪਰਮਾਤਮਾ ਨੂੰ ਆਵਾਜ਼। ਤਾਂ ਹੀ ਤਾਂ ਤੁਸੀਂ ਕਈ ਵਾਰ ਦੇਖਦੇ ਹੋ ਨਾ, ਕਿਸੇ ਨੇ ਗੱਡੀ ਚੱਕਣੀ ਹੋਵੇ ਜਾਂ ਧੱਕਾ ਲਾਣਾ, ਕੋਈ ਕਈ ਕਹਿੰਦੇ ਯਾ ਅਲੀ ਅਲ ਮਦਦ, ਔਰ ਕਈ ਕਹਿੰਦੇ ਹਰ ਹਰ ਮਹਾਦੇਵ, ਔਰ ਕਈ ਕਿਸੇ ਤਰ੍ਹਾਂ ਨਾਲ, ਯਾਨੀ ਹਰ ਇੱਕ ਦਾ ਆਪਣਾ ਆਪਣਾ ਕੋਈ ਨਾਰਾ ਹੁੰਦਾ ਹੈ, ਉਹ ਆਪਣਾ ਆਪਣਾ ਢੰਗ ਹੁੰਦਾ ਹੈ। ਕੋਈ ਹਰ ਹਰ ਮਹਾਦੇਵ ਕਰਕੇ ਗੱਡੀਆਂ ਨੂੰ ਧੱਕੇ ਲਾਉਂਦਾ ਹੈ, ਕੋਈ ਯਾ ਅਲੀ ਕਹਿ ਕੇ ਧੱਕਾ ਲਾ ਦਿੰਦਾ ਹੈ, ਕੋਈ ਕੁਛ ਕਹਿ ਕੇ, ਕੋਈ ਕੁਛ ਕਹਿ ਕੇ। ਪਰ ਤਾਕਤ ਕਦੋਂ ਕੰਮ ਕਰਦੀ ਹੈ? ਜਦੋਂ ਆਪਣੀ ਕੋਸ਼ਿਸ਼ ਦੇ ਨਾਲ ਨਾਲ ਅਸੀਂ ਆਪਣੇ ਰੱਬ ਨੂੰ ਯਾਦ ਕਰਦੇ ਹਾਂ। ਇਸ ਲਈ ਇੱਥੇ ਇੱਕ ਗੱਲ ਦੱਸਣਾ ਚਾਹਾਂਗੇ, ਹਜ਼ਰਤ ਅਲੀ ਨੇ ਬੜੀ ਪਿਆਰੀ ਗੱਲ ਕਹੀ ਹੈ। हजरत अली कहते वो कभी कामयाब नहीं हो सकते, वो कभी कामयाब नहीं हो सकते जिन्हें खुद पर और खुदा की रहमत पर भरोसा ना हो। ये हजरत अली दी लाइन याद रखना तुसीं। कहते जीवन च ओ इंसान चाहे जिन्ना मर्जी बंदा कहे डिग्रियां वाला होवे, जिन्ना मर्जी बंदा कहे शक्तिशाली होवे शारीरिक तौर ते, पर जे कहो कामयाब ਤਾਂ ਉਹ ਇਨਸਾਨ ਜੀਵਨ 'ਚ ਕਦੀ ਕਾਮਯਾਬ ਨਹੀਂ ਹੋ ਸਕਦਾ ਜਿਹਨੂੰ ਆਪਣੇ ਆਪ ਤੇ ਜਾਂ ਆਪਣੇ ਰੱਬ ਦੀ ਰਹਿਮਤ ਤੇ ਭਰੋਸਾ ਨਾ ਹੋਵੇ। ਜਰਾ ਸਮਝਣਾ, ਹੁਣ ਜਰਾ ਗੌਰ ਕਰਨਾ, ਜਿਹਨੂੰ ਆਪਣੇ ਆਪ ਤੇ ਜਾਂ ਰੱਬ ਦੀ ਰਹਿਮਤ ਤੇ ਭਰੋਸਾ ਨਹੀਂ, ਉਹ ਕਦੀ ਕਾਮਯਾਬ ਨਹੀਂ ਹੋ ਸਕਦਾ। ਤਾਂ ਫਿਰ ਕਾਮਯਾਬ ਹੋਣ ਵਾਸਤੇ ਕੀ ਕਰਨਾ ਪਏਗਾ? ਇਹਨੂੰ ਉਲਟ ਲੈ ਜਾਓ ਕਿ ਉਹੀ ਜ਼ਿੰਦਗੀ 'ਚ ਕਾਮਯਾਬ ਹੋ ਸਕਦਾ ਹੈ, ਉਹੀ ਜੀਵਨ 'ਚ ਸਫਲ ਹੋ ਸਕਦਾ ਹੈ ਜਿਹੜਾ ਆਪਣੇ ਆਪ ਤੇ ਔਰ ਆਪਣੇ ਰੱਬ ਦੀ ਰਹਿਮਤ ਤੇ ਵਿਸ਼ਵਾਸ ਕਰਦਾ ਹੈ ਕਿ ਕੋਸ਼ਿਸ਼ ਮੈਂ ਕਰਨੀ ਹੈ ਔਰ ਰਹਿਮਤ ਮੇਰੇ ਮਾਲਿਕ ਨੇ ਕਰਨੀ ਹੈ, ਕਾਮਯਾਬੀ ਮੇਰੇ ਮਾਲਿਕ ਨੇ ਦੇਣੀ ਹੈ। ਜਦੋਂ ਆਪਣੇ ਨਾਲ ਨਾਲ ਇਨਸਾਨ ਉਹਦੀ ਰਹਿਮਤ ਨੂੰ ਲੈ ਕੇ ਚੱਲਦਾ ਹੈ, ਇਸ ਵਿਸ਼ਵਾਸ ਨਾਲ ਚੱਲਦਾ ਹੈ, ਤਾਂ ਫਿਰ ਉਹਨੂੰ ਹਰ ਜਗ੍ਹਾ ਕਾਮਯਾਬੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਤਾਂ ਜੇ ਬੰਦਾ ਕਹੇ ਮੈਂ ਨਹੀਂ ਕਰ ਸਕਦਾ, मेरे च हिम्मत है नहीं, मेरे च ताकत है नहीं, ये मंजिल बहुत बड़ी है, तो मैं तो छोटा जिहा इंसान हाँ, मेरे तो कित्थे होना है? जरा सोचो। और फिर कोई कहे रब ते ले रब रूप भी कित्थे है? और रब भी किहड़ा साडी सुणदा है? रब भी तो अमीरां दी सुणदा है, रब भी तो दूजियां दी सुणदा है। हुण असीं फिर कहांगे इदां दे इंसान नूं ना अपनी शक्ति दे भरोसा, ना रब दी रहमत दे भरोसा, तो ये अज भी रोंदा, कल भी रोंदा, रोंदे ने मर जाना है। इहदे जीवन च खुशी कामयाबी कदी आनी नहीं है। दोष रब नूं दे रिहा, पर दोष इहदा अपना है कि काश तो एक बार कॉन्फिडेंस ना किया हुंदा, एक बार विश्वास ना किया हुंदा कि मंजिल चाहे जिड्डी मर्जी बड़ी है, मैनू यकीन है अगर मैं कोशिश करूंगा वो मेरे मालिक दी रहमत मेरा साथ देगी, तो बड़ी मंजिल भी मैं आसानी नाल पा सकदा हां। इदां दे इंसान नू कामयाबी मिलदी है। तुहाडी सोच की है? हुणे देखो, बोलो समझदे हो कि नहीं?
ਹੁਣ ਕਈ ਵਾਰ ਬੰਦਾ ਕਹਿੰਦਾ ਉਹ ਚੀਜ਼ ਬਹੁਤ ਬੜੀ ਹੈ, ਸਾਡੇ ਤੋਂ ਕਿੱਥੇ ਖਰੀਦ ਹੋਣੀ ਹੈ, ਸਾਡੀ ਔਕਾਤ ਕਿੱਥੇ ਚੀਜ਼ ਲੈਣ ਦੀ। ਤੂੰ ਆਪੇ ਹੀ ਆਪਣੀ ਔਕਾਤ ਨੂੰ ਛੋਟਾ ਬਣਾ ਲਿਆ, ਹਾਲਾਂਕਿ ਕਿਸੇ ਚੀਜ਼ ਦੀ ਔਕਾਤ ਬੰਦੇ ਤੋਂ ਵੱਡੀ ਹੋ ਹੀ ਨਹੀਂ ਸਕਦੀ। ਸਮਝਦੇ ਹੋ ਕਿ ਨਹੀਂ? ਕਿਉਂਕਿ ਤੁਹਾਡੀ ਔਕਾਤ ਬੜੀ ਕਿਉਂ ਹੈ? ਕਿਉਂਕਿ ਹਰ ਚੀਜ਼ ਨੂੰ ਇਨਸਾਨ ਨੇ ਬਣਾਇਆ ਹੈ। ਮਕਾਨ ਇਨਸਾਨ ਨੇ ਬਣਾਇਆ ਹੈ, ਪਰ ਤੁਹਾਨੂੰ ਕਿਹਨੇ ਬਣਾਇਆ ਹੈ? ਉਹ ਪਰਮ ਸ਼ਕਤੀਸ਼ਾਲੀ ਪਰਮਾਤਮਾ ਨੇ। ਤਾਂ ਜਿਹਨੂੰ ਪਰਮਾਤਮਾ ਨੇ ਬਣਾਇਆ ਹੋਵੇ, ਉਹ ਪਰਮਾਤਮਾ ਦੇ ਬਣਾਉਣ ਨਾਲ ਹੀ ਤੁਹਾਡੀ ਔਕਾਤ ਸਭ ਤੋਂ ਉੱਚੀ ਹੋ ਜਾਂਦੀ ਹੈ। ਤੁਸੀਂ ਨੀਵੇਂ ਨਹੀਂ ਰਹਿ ਜਾਂਦੇ, ਤੁਸੀਂ ਬਹੁਤ ਬੜੇ ਹੋ ਜਾਂਦੇ ਹੋ, ਸਿਰਫ ਇਸੇ ਹੀ ਚੀਜ਼ ਕਰਕੇ ਕਿ ਤੁਹਾਨੂੰ ਸਰਵ ਸ਼ਕਤੀਸ਼ਾਲੀ ਪਰਮਾਤਮਾ ਨੇ ਜੀਵਨ ਦਿੱਤਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਗੱਲ ਕਹਿਣਾ ਚਾਹਾਂਗੇ कि जो मुश्किलों का सामना करेगा वही फिर जिंदगी में आगे, और नाल नाल तुसी बोलना है, वही फिर जिंदगी में आगे और बढ़ना है ना आगे। तो फिर मुश्किलों तो डरना नहीं है। बोलो समझ दियो कि नहीं? फर्ज करो तुसी जाना होवे तो कोई रकवे और रास्ते च ना कोई जाम लगा है, या रास्ते च ना फलाना जानवर कुत्ता खड़ा है, कोई बड़ा खतरनाक है, तुसी कहो ठीक है, फिर जो जाम खुलेगा 2-4 दिनों बाद चले जावांगे। इदां दा बंदा लेट 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 इन्ना हो जाता कि आप ही चेता दे लेट जाता, मंजिल कदी मिलती नहीं है। समझते हो? लेट लेट करता करता आप ही लेट हो जाता है। तां ही तां नाम अगे लिखा जाता है, श्री लेट प्यारा सिंह या प्रीतम सिंह, जो भी है। समझते हो? नाम कई हुंदे है। हुण लेट 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 करते ना, लेट कर लवांगे, लेट कर ग्रह ठीक हो लांदे हो, आ नक्षत्र ठीक हो लांदे हो, थोड़ा लेट कर लेंदे, फिर की है वो तू लेट लेट देर देर करदा करदा सारी जिंदगी वास्ते लम लेट हो जाता है। इस करके लेट ना कर, बल्कि एक है कि बेशक रास्ते च मुश्किल है, वो कोई गल नहीं, जेड़े जान वाले आ ना वो हर मुश्किल दा तोड़ लभ लेंदे है। वो रास्ते बंद भी होण तो पिंडां 'च घुम के निकल जांदे है। बोलो समझदे हो कि नहीं? हुण कई बार साडे सत्संग हुंदे है, जाम लगे हुंदे है, या लॉकडाउन भी हुंदे सी, पर फिर भी असीं घुम के पहुंचदे रहे, पर प्रोग्राम कदी कैंसल नहीं होण दित्ता असीं। ये मंजिल ते जाना है तो यदा की मतलब कि लै भी उत्थे जाम लगा है, उत्थे रास्ते बंद है, तो कदी मजाल है कि फोन कर अज भी प्रोग्राम कैंसिल है क्योंकि रास्ते धरने लगे हैं? नहीं, प्रोग्राम होएगा चाहे सानू 20 किलोमीटर घूम के आना पवे, क्योंकि जे पाना ही है मंजिल नूं तो रास्ते दी उलझना तो मुसीबतों तो की डरना। जिन्हां दे इरादे फौलाद वर्गे मजबूत हुंदे हैं ना, और रास्ते दी रुकावटां उन्हां दे इरादियां नूं तोड़ नहीं पांदियां। तां जिन्हां दे इरादे ही कच वर्गे हुंदे हैं, माड़ी ऐ होंदी है, टंक टुट के बह जाते हैं। नहीं जी, ओहदियां गल्लां ने तोड़ता मैनू। हुण कई देखिया ना, निराश जे होकर रोंदे है, की गल हो गई? ओ फलाने दी गल ने मेरा हौसला तोड़ता। अच्छा, इन्ना कच्चा हौसला सी तेरा? इन्ना कच्चा हौसला सी, किसी गल नहीं टुट गया? ओ इदां दे फौलाद वर्गे हौसले बनाओ कि पूरी दुनिया भी धक्के मारे, उन्हां दे धक्के ला ला के हथ टुट जाण, पर तुहाडा हौसला ना टुटे। इदां दे हौसले होने चाहिए साडे। ਉਹ ਤਾਂ मौत ਨੂੰ भी सामने देखते तां भी मौत ਨਾਲ भी टक्कर ਲੈ ਲੈਂਦੇ ਆ। ਤਾਂ ਹੀ ਤਾਂ ਦੇਖੋ ਭਗਤ ਸਿੰਘ ਵਰਗੇ, ਟੀਪੂ ਸੁਲਤਾਨ ਵਰਗੇ, ਰਾਣੀ ਝਾਂਸੀ ਦੀ ਜਿਹਨੂੰ ਲక్ష్ਮੀ ਬਾਈ ਕਿਹਾ ਜਾਂਦਾ ਹੈ, ਮੌਤ ਤੋਂ ਡਰੇ ਜਾਂ ਟੱਕਰ ਲਈ ਉਹਨਾਂ ਨੇ ਮੌਤ ਨਾਲ ਵੀ। ਜਾਂ ਅਸੀਂ ਫਕੀਰਾਂ ਦੀ ਗੱਲ ਕਰ ਲਈਏ ਕਿ ਸਰਮਦ ਨੇ ਗਰਦਨ ਕਟਾ ਲਈ, ਬੁੱਲੇ ਸ਼ਾਹ ਨੇ ਘੁੰਗਰੂ ਪਵਾ ਲਏ, ਤਬਰੇਜ਼ ਨੇ ਚਮੜੀ ਲਹਾ ਲਈ, ਮੌਤ ਤੋਂ ਡਰੇ ਨਹੀਂ ਬਲਕਿ ਟੱਕਰ ਲਈ। ਔਰ ਉਹਨਾਂ ਦਾ ਇਹ ਪਿਆਰ, ਵਿਸ਼ਵਾਸ, ਹਿੰਮਤ ਦੇਖ ਕੇ ਕੀ ਹੋਇਆ ਫਿਰ? ਮਾਰਨ ਵਾਲੇ ਵੀ ਹਾਰ ਗਏ। बेशक वो मरता गए, पर अज भी उन्होंने नाम दुनिया ते जिंदा है। वो मरना तो एक दिन सारे ने, पर कुछ ऐसा करके जाइए कि दुनिया दे नाम गूंजे। समझते हो कि नहीं? इस करके अपने हौसले को बुलंद करो। कदी ना सोचो मंजिल बहुत बड़ी, मैं छोटा। वो बेशक छोटा है, पर पैदा तो बड़े ने किया ना। और हर बड़ा पैदा होने लगे छोटा ही हुंदा है। अपनी हिम्मत नाल, अपनी कोशिशों नाल ही अपने आप को बड़ा कह दियो। क्योंकि कई तो ऐसी देखे है, कई तो देखे कि उम्र 70-80 साल की हो जाती, तां भी उन्हां दी बुद्धि वो नियाणियां वाली हुंदी है। माड़ी माड़ी गल ते खिजी जाना, माड़ी माड़ी गल ते टेंशन ले लेनी। तो कई वो हुंदे है कि छोटी उम्र च इदां दी जिम्मेवारियां मिल जांदियां है, इदां दी कला सिख जांदे कि छोटी उम्र च ही वो इदां लगदा कि जिद्दां ज्ञान इन्हां नूं हज़ारां सालां दा हुंदा है। इसलिए अपने आप नूं बड़ा करो, अपनी सोच नूं बड़ा करो, अपनी समझ नूं बड़ा करो, अपनी हिम्मत नूं बड़ा करो, अपने हौसले नूं बड़ा करो, अपने विश्वास नूं कह दिओ हुण करना कि नहीं? फिर कह दियो मेरा विश्वास बढ़ गया, बढ़ गया, बढ़ गया, बढ़ गया, मेरी हिम्मत बढ़ गई, बढ़ गई, बढ़ गई, बढ़ गई, मेरा हौसला बढ़ गया, बढ़ गया, बढ़ गया, बढ़ गया, मेरी एनर्जी बढ़ गई,
ਵੱਧ ਗਈ, ਵੱਧ ਗਈ, ਵੱਧ ਗਈ। ਮੇਰਾ ਜੋਸ਼ ਵੱਧ ਗਿਆ। ਪੂਰੇ ਜੋਸ਼ ਨਾਲ ਕਹਿਣਾ, ਪਰ ਮੇਰਾ ਜੋਸ਼ ਵੱਧ ਗਿਆ, ਵੱਧ ਗਿਆ, ਵੱਧ ਗਿਆ, ਵੱਧ ਗਿਆ। ਵਧਿਆ ਕਿ ਨਹੀਂ? ਥੋੜਾ ਜਿਹਾ ਇਦਾਂ ਵਧਾਣਾ ਹੈ ਅਸੀਂ ਕਿ ਦੁਨੀਆ ਦੇਖੇ ਓਏ ਗਏ ਕਿੱਦਾਂ ਸੀ, ਹੋ ਕੀ ਗਿਆ ਉਹਨਾਂ ਨੂੰ। ਗਏ ਤਾਂ ਪੀਲੇ ਜਿਹੇ ਸੀ, ਆਏ ਬੜੇ ਲਾਲ ਹੋ ਗਏ ਆ। ਇਦਾਂ ਦੀ એનર્ਜੀ ਇਹਨਾਂ ਅੰਦਰ ਆ ਗਈ। ਕਿਹੜਾ એનર્ਜੀ ਡਰਿੰਕ ਪੀ ਲਿਆ ਇਹਨਾਂ ਨੇ? ਔਰ ਇਹ ਮਾਲਿਕ ਦੀ ਰਹਿਮਤ ਦਾ એનર્ਜੀ ਡਰਿੰਕ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਜਿੱਦਾਂ ਕਹਿੰਦੇ ਨਾ ਕਿ ਬਾਕੀ ਨਸ਼ੇ ਚੜਦੇ ਉਤਰ ਜਾਂਦੇ, ਉਹਦੇ ਨਾਮ ਦਾ ਨਸ਼ਾ ਨਹੀਂ ਉਤਰਦਾ। ਏਦਾਂ ਹੀ ਕਹਾਂਗੇ ਰੈੱਡ ਬੁਲ ਉਤਰ ਜਾਂਦੀ ਹੈ, ਹੋਰ એનર્ਜੀ ਡਰਿੰਕ ਉਤਰ ਜਾਂਦੇ ਹੈ। ਪਰ ਜਿਹਨੂੰ ਮਾਲਿਕ ਦੀ એનર્ਜੀ ਚੜ ਜਾਵੇ ਨਾ, ਇਹ એનર્ਜੀ ਇਦਾਂ ਦੀ ਹੈ ਕਦੀ ਉਤਰਦੀ ਨਹੀਂ, ਡਾਊਨ ਹੁੰਦੀ ਨਹੀਂ ਹੈ। ਕਿਉਂਕਿ ਇਹ ਸੁਪਰ ਚਾਰਜਰ ਹੈ ਹੀ ਐਸਾ ਜਿਹੜਾ ਡਾਊਨ ਹੋਣੇ ਨਹੀਂ ਦਿੰਦਾ। ਸਮਝਦੇ ਹੋ ਕਿ ਨਹੀਂ? ਇਸ ਲਈ એનર્ਜੀ ਨੂੰ ਹਾਈ ਰੱਖੋ ਆਪਣੀ ਨੂੰ। ਕੋਈ ਪੁੱਛੇ ਕੀ ਹਾਲ ਹੈ, ਉਹ ਬਹੁਤ ਵਧੀਆ, ਤੂੰ ਦੱਸ, ਤੈਨੂੰ ਕਿਸੇ ਹੈਲਪ ਦੀ ਲੋੜ ਹੈ? ਬੋਲੋ ਸਮਝਦੇ ਹੋ ਕਿ ਨਹੀਂ? ਕਿਉਂ ਕਈ ਵਾਰ ਹੁੰਦਾ ਨਾ, ਅਸੀਂ ਪਹਾੜ ਤੇ ਚੜ੍ਹਦੇ ਹੁੰਦੇ, ਕੋਈ ਪੁੱਛੇ ਹਾਂਜੀ ਕੀ ਹਾਲ ਹੈ, ਇਹ ਕਹ ਦੱਸ, ਬਾਂਹ ਫੜ ਕੇ ਲੈ ਜਾਈਏ ਤੈਨੂੰ ਵੀ। ਕਿਉਂਕਿ ਇੰਨਾ ਹੈ ਕਿ ਆਪ ਤਾਂ ਦੌੜ ਕੇ ਚੜ੍ਹਨ ਨੂੰ ਤਿਆਰ ਹੈ, ਬੜੀਆਂ ਬੜੀਆਂ ਚੜਾਈਆਂ। ਜਿਹੜਾ ਨਾ ਵੀ ਚੜ੍ਹ ਪਾਵੇ ਧੱਕਾ ਲਾ ਕੇ ਉਹਨੂੰ ਵੀ ਚੜਾ ਸਕਦੀ, ਇੰਨੀ ਜਾਨ ਹੈ। ਇਦਾਂ ਦਾ ਤੁਹਾਡੇ ਅੰਦਰ ਦਮ ਹੋਣਾ ਚਾਹੀਦਾ ਹੈ। ਪਰ ਇੱਥੇ ਦਾ ਬੰਦਾ ਦੂਜਿਆਂ ਦਾ ਸਹਾਰਾ ਲੱਭਦਾ ਰਹਿੰਦਾ ਹੈ। ਕੋਈ ਨਾਰਾਜ਼ ਹੋ ਕੇ ਉਹ ਕਿਉਂ ਬੈਠਾ ਹੈ, ਉਹ ਕੋਈ ਸਹਾਰਾ ਨਹੀਂ ਦਿੰਦਾ ਮੈਨੂੰ, ਉਹ ਮੇਰੇ ਬੱਚੇ ਨਹੀਂ ਪੁੱਛਦੇ, ਮੇਰੀ ਆਹ ਨਹੀਂ ਪੁੱਛਦਾ, ਮੈਨੂੰ ਉਹ ਨਹੀਂ ਪੁੱਛਦਾ। ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ। ਇਹਨਾਂ ਦੀ ਪਰਮਿਸ਼ਨ ਲੈ ਕੇ ਆਇਆ ਸੀ ਦੁਨੀਆ ਤੇ ਕਿ ਮੈਂ ਆਉਣ ਲੱਗਾ, ਪੁੱਛਿਓ ਮੈਨੂੰ। ਔਰ ਰੱਬ ਨੇ ਤੈਨੂੰ ਭੇਜਿਆ, ਉਹ ਦੇਖ ਰੱਬ ਮੇਰੇ ਨਾਲ ਹੈ ਨਾ। ਜੇ ਮਾਲਿਕ ਮੇਰੇ ਨਾਲ ਹੈ ਤਾਂ ਮੈਨੂੰ ਕਿਸੇ ਸਹਾਰੇ ਦੀ ਲੋੜ ਹੀ ਨਹੀਂ ਹੈ, ਬਸ ਉਹਦਾ ਸਾਥ ਚਾਹੀਦਾ ਹੈ। ਜੇ ਉਹ ਮੇਰੇ ਨਾਲ ਹੈ ਤਾਂ ਇਕੱਲਾ ਹੀ ਦੁਨੀਆ ਜਿੱਤ ਕੇ ਦਿਖਾ ਦਊਂ। ਇੰਨਾ ਦਮ ਹੋਣਾ ਚਾਹੀਦਾ ਇਨਸਾਨ ਦੇ ਅੰਦਰ, ਇੰਨੀ ਸ਼ਕਤੀ ਹੋਣੀ ਚਾਹੀਦੀ ਹੈ, ਵਿਸ਼ਵਾਸ ਹੋਣਾ ਚਾਹੀਦਾ ਆਪਣੇ ਮਾਲਿਕ ਦੀ ਰਹਿਮਤ ਤੇ। ਕਿ ਅਸੀਂ ਦੂਜਿਆਂ ਦੇ ਸਹਾਰੇ ਪਿੱਛੇ ਆਪਣੀ ਜ਼ਿੰਦਗੀ ਰੋ ਰੋ ਕੇ ਬਰਬਾਦ ਕਰ ਦਿੰਦੇ ਆ। ਠੀਕ ਹੈ, ਰਲ ਕੇ ਚੱਲਣਾ ਚਾਹੀਦਾ ਹੈ, ਪਰ ਅਗਰ ਕੋਈ ਸਾਥ ਨਾ ਦੇਵੇ ਤਾਂ ਫਿਰ ਰੋਣਾ ਕਿਉਂ? ਫਿਰ ਆਪਣੇ ਆਪ ਨੂੰ ਇਸ ਕਾਬਿਲ ਬਣਾਓ ਕਿ ਮੈਂ ਇਕੱਲਾ ਹੀ ਅੱਗੇ ਵਧਣ ਦਾ ਦਮ ਰੱਖਾਂ। ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਕਿ ਦਰਬਾਰ ਤੇ ਜਾਣਾ ਹੋਵੇ, ਤੁਹਾਨੂੰ ਪਤਾ ਸਤਸੰਗ ਹੋ ਰਿਹਾ ਹੈ, ਪਰ ਤੁਸੀਂ ਦੇਖੋ ਉਹ ਚਲੇਗਾ ਤਾਂ ਜਾਣਾ, ਉਹ ਚਲੇਗਾ ਤਾਂ ਜਾਣਾ, ਉਹ ਚਲੇਗਾ, ਉਹ ਕਿਉਂ ਨਹੀਂ ਆਇਆ? ਉਹ ਜੀ ਕੋਈ ਗਿਆ ਹੀ ਨਹੀਂ ਨਾ। ਤੂੰ ਦੂਜਿਆਂ ਦੇ ਸਹਾਰੇ ਜਾਣਾ ਸੀ। ਤੈਨੂੰ ਕੀ ਹੋਣਾ ਚਾਹੀਦਾ ਹੈ? ਜੇ ਕੋਈ ਜਾਵੇ ਨਾਲ ਤਾਂ ਠੀਕ ਹੈ, ਨਹੀਂ ਵੀ ਜਾਏਗਾ ਤਾਂ ਮੈਂ ਇਕੱਲਾ ਹੀ ਕਾਫੀ ਹੈ, ਕਿਉਂਕਿ ਮੈਂ ਆਪਣੀ ਮੰਜ਼ਿਲ ਤੇ ਪਹੁੰਚਣਾ ਆ, ਆਨੰਦ ਲੈਣਾ ਤਾਂ ਪਹੁੰਚ ਕੇ ਦਿਖਾਣਾ ਹੈ। ਇਦਾਂ ਇੱਕ ਭਾਵਨਾ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਜ਼ਿੰਦਗੀ 'ਚ ਹਰ ਜਗ੍ਹਾ ਅੱਗੇ ਵਧਣ ਦੀ ਇੱਕ ਸੋਚ ਰੱਖੋ। ਕੋਈ ਸਾਥ ਦੇਵੇ ਤਾਂ ਠੀਕ, ਬਹੁਤ ਅੱਛੀ ਗੱਲ ਹੈ, ਕਿਉਂਕਿ ਸਾਥੀ ਨੂੰ ਧੁਤਕਾਰਨਾ ਵੀ ਨਹੀਂ ਹੈ ਕਿ ਮੈਨੂੰ ਤੇਰੀ ਲੋੜ ਹੈ ਨਹੀਂ, ਚੱਲ ਪਿੱਛੇ ਇਕੱਲਾ ਹੀ ਕਾਫੀ ਹੈ। ਨਹੀਂ, ਕੋਈ ਸਾਥ ਚਲੇ, ਪਿਆਰ ਨਾਲ ਚਲੋ, ਖੁਸ਼ੀ ਨਾਲ ਚਲੋ, ਹੱਥ ਫੜ ਕੇ ਚਲੋ। ਹੱਥ ਫੜਨ ਦਾ ਮਤਲਬ ਇਹਨੂੰ ਨਾਲ ਲੈ ਕੇ ਚਲੋ। ਪਰ ਜੇ ਕੋਈ ਸਾਥ ਨਾਲ ਨਾ ਤੁਰੇ, ਕੋਈ ਸਾਥ ਨਾ ਦੇਵੇ, ਤਾਂ ਬੈਠ ਕੇ ਨਿਰਾਸ਼ ਹੋ ਕੇ ਦੁਖੀ ਹੋ ਕੇ ਨਾ ਬਹਿ ਜਾਓ, ਰੋਣਾ ਨਾ ਸ਼ੁਰੂ ਕਰ ਦੋ। ਫਿਰ ਕੀ ਕਹੋ ਕਿ ਠੀਕ ਹੈ, ਦੁਨੀਆ ਨਾਲ ਨਹੀਂ, ਕੋਈ ਰਿਸ਼ਤੇਦਾਰ ਨਾਲ ਨਹੀਂ, ਪਰ ਮੇਰਾ ਮਾਲਿਕ ਤਾਂ ਮੇਰੇ ਨਾਲ ਹੈ, ਉਹਦੇ ਭਰੋਸੇ ਚੱਲਾਂਗੇ, ਮੰਜ਼ਿਲ ਪਾ ਕੇ ਦਿਖਾਵਾਂਗੇ, ਉਹਦੇ ਵਿਸ਼ਵਾਸ ਤੇ ਪਹੁੰਚਾਂਗੇ ਆਪਣੀ ਮੰਜ਼ਿਲ ਤੱਕ। ਕਿਉਂਕਿ ਜਿਹਨੂੰ ਉਹਦਾ ਸਾਥ ਮਿਲ ਗਿਆ, ਫਿਰ ਹੋਰ ਕਿਸੇ ਦੀ ਕੀ ਲੋੜ ਹੈ? ਫਿਰ 1.25 ਲੱਖ ਸੇ ਇਹ ਤਾਂ ਇਕੱਲਾ ਹੀ 1.25 ਲੱਖ ਦੇ ਬਰਾਬਰ ਹੋ ਜਾਂਦਾ ਜੇ ਆਪਣੇ ਰੱਬ ਤੇ ਆਪਣੇ ਮਾਲਿਕ ਤੇ ਵਿਸ਼ਵਾਸ ਹੋਵੇ। समझते हो कि नहीं? जो मुश्किलों का सामना करते हैं वही फिर आगे उसे नहीं मिलती खुशियों की मंजिल जो मुश्किलों से डरते हैं। ਉਹਨਾਂ ਨੂੰ ਕਦੀ ਮੰਜ਼ਿਲ ਨਹੀਂ ਮਿਲਦੀ ਖੁਸ਼ੀਆਂ ਦੀ, ਉਹਨਾਂ ਨੂੰ ਕਦੀ ਮੰਜ਼ਿਲ ਨਹੀਂ ਮਿਲਦੀ ਕਾਮਯਾਬੀ ਦੀ, ਜਿਹੜੇ ਮੁਸ਼ਕਿਲਾਂ ਨੂੰ ਦੇਖ ਕੇ ਡਰ ਜਾਂਦੇ ਆ। ਔਰ ਜਿਹੜਾ ਮੁਸ਼ਕਿਲਾਂ ਦਾ ਸਾਹਮਣਾ ਕਰਨ ਨੂੰ ਤਿਆਰ ਹੋਵੇ, ਜਿਹੜਾ ਮੁਸ਼ਕਿਲਾਂ ਨਾਲ ਫੇਸ ਟੂ ਫੇਸ ਮਿਲਣ ਨੂੰ ਤਿਆਰ ਹੋਵੇ, ਫਿਰ ਅੱਗੇ ਵੀ ਉਹੀ ਵਧਦੇ ਆ। ਤੁਸੀਂ ਵਧਦੇ ਹੋ ਨਾ ਅੱਗੇ। ਕੋਈ ਕਹੇ ਮੁਸ਼ਕਿਲ ਹੈ, ਉਹ ਆ ਲੈਣ ਦੇ, ਦੇਖ ਲੈਂਦੇ ਕਿਹੜੀ ਮੁਸ਼ਕਿਲ ਰਸਤੇ 'ਚ ਖੜੀ ਹੈ। ਜਰਾ ਐਸੀ ਵੀ ਤਾਂ ਦੇਖੀਏ ਕਿਹੜੀ ਮੁਸ਼ਕਿਲ ਜਿੰਨਾ ਦਮ ਹੈ ਜੋ ਮਾਲਕਾਂ ਦੇ ਸ਼ੇਰ ਨੂੰ ਹਰਾ ਸਕੇ। ਯਾਰ ਦੇਖੀਏ ਜਰਾ ਕਿਹੜੀ ਮੁਸ਼ਕਿਲ ਇਦਾਂ ਦੀ ਹੈ। ਜਰਾ ਸੋਚੋ, ਜਦੋਂ ਸ਼ੇਰ ਸਵੇਰੇ ਨਿਕਲਦਾ ਆਪਣੀ ਗੁਫਾ ਚੋਂ ਤਾਂ ਇਹ ਸੋਚ ਕੇ ਨਿਕਲਦਾ ਕਿ ਕਿਤੇ ਹਾਥੀ ਨਾ ਹੋਵੇ, ਕਿਤੇ ਜੰਗਲੀ ਭੈਂਸਾ ਨਾ ਹੋਵੇ, ਅੱਜ ਤਾਂ ਰਹਿਣ ਹੀ ਦੇਈਏ ਜਾਣ ਨੂੰ। ਨਹੀਂ, ਸ਼ੇਰ ਨਿਕਲਦਾ ਹੈ ਬੜੀ ਸ਼ਾਨ ਨਾਲ, ਜੰਗਲ ਦਾ ਰਾਜਾ ਹੈ, ਦਹਾੜਦਾ ਜਾਂਦਾ ਹੈ। ਰਸਤੇ 'ਚ ਹਾਥੀ ਵੀ ਹੁੰਦੇ ਐ, ਰਸਤੇ ਜੰਗਲੀ ਭੈਂਸੇ ਹੁੰਦੇ, ਜੰਗਲੀ ਸੂਰ ਹੁੰਦੇ, ਸਾਰੇ ਦੌੜਦੇ ਉਹਨੂੰ ਦੇਖ ਕੇ, ਪਰ ਸ਼ੇਰ ਡਰਦਾ ਨਹੀਂ ਹੈ। ਸੋ ਤੁਸੀਂ ਵੀ ਇਦਾਂ ਦਹਾੜੋ, ਜੈ ਮਾਲਕਾਂ ਦੀ ਕਹਿ ਕੇ ਨਿਕਲੋ। ਇਦਾਂ ਦੀ ਦਹਾੜ ਹੋਣੀ ਚਾਹੀਦੀ, ਜੈ ਮਾਲਕਾਂ ਦੀ ਨਾਲ ਨਿਕਲੋ, ਜੈ ਜੈਕਾਰ ਤੁਹਾਡੀ ਵੀ ਹੁੰਦੀ ਚਲੀ ਜਾਏਗੀ। ਕੀ ਡਰਨਾ ਕਿਸੇ ਮੁਸ਼ਕਿਲ ਤੋਂ, ਕੀ ਡਰਨਾ ਕਿਸੇ ਪਰੇਸ਼ਾਨੀ ਤੋਂ। ਕੋਈ ਕਵੇ ਨਾ ਉਹ ਕੰਮ ਬੜਾ ਔਖਾ, ਰਸਤੇ ਮੁਸ਼ਕਿਲਾਂ ਬੜੀਆਂ, ਅੱਛਾ ਇਹਨਾਂ ਮੁਸ਼ਕਿਲਾਂ ਦਾ ਬਾਹ ਹਾਲੇ ਤੱਕ ਮਾਲਕਾਂ ਦੇ ਸ਼ੇਰ ਨਾਲ ਤਾਂ ਪਿਆ ਹੀ ਨਹੀਂ। ਜਰਾ ਦੇਖੀਏ ਤਾਂ ਸਹੀ, ਮੁਸ਼ਕਿਲ ਬੜੀ ਹੈ। ਇਸ ਲਈ ਸ਼ੇਰ ਦੇ ਅੱਗੇ ਇੱਕ ਲਾਈਨਾਂ ਜੁੜ ਗਈਆਂ, ਵੀ ਸੁਣਾ ਦਈਏ ਤੁਹਾਨੂੰ।
कि जो मुश्किलों का सामना करते हैं वो ही फिर आगे, उन्हें कभी नहीं मिलती खुशियों की मंजिल जो मुश्किलों से। अरे जरा हुण गौर करना लाइना हुणे बैठे बैठे आवेंगे, ये बड़ियां जरूरी है। अरे हम तो मुश्किलों को भी मुश्किल में डाल देते हैं। अरे हम तो मुश्किल को भी मुश्किल में डाल देते हैं क्योंकि हम अपने मालिक से प्यार करते हैं। और जेड़ा मालिक दा प्यारा होवे, मालिक दे विश्वास करने वाला होवे, वो कहंदे मुश्किलां नूं भी असीं मुश्किल च पा देवांगे। मुश्किलां बंदे नूं मुश्किल च पांदियां, पर मालिक नाल प्यार करने वाले मुश्किलां नूं मुश्किल च पा दिंदे। मुश्किल कहंदी है आ किहदे नाल बाह पै गया मेरा भाई, बचा लो मैनूं। समझदे हो कि नहीं? हुण तुसीं डरन वाले बनना या डराण वाले बनना है? तो फिर हुण शब्द नूं दोबारा दोहराइए कि जो मुश्किलों का सामना करते हैं वो ही फिर आगे, उन्हें कभी नहीं मिलती खुशियों की मंजिल जो मुश्किलों से। अरे हम तो मुश्किल को भी मुश्किलों में डाल देते हैं क्योंकि हम अपने मालिक से प्यार करते हैं। अपने मालिक ना प्यार करने वाले मुश्किलों भी मुश्किल च पा देंगे। समझदे हो कि नहीं? देख लो जीवन च कहते मुश्किल है, फिर कह दियो मैनू अपने मालिक नाल, मैनू अपने मालिक नाल बहुत, मैनू अपने मालिक नाल बहुत, मैनू अपने मालिक नाल बहुत। जे वाकई तुसीं प्यार करदे हो तो हुण मुश्किलां भी डरनगियां तुहाडे तो। एक विश्वास होना चाहिए है, एक यकीन होना चाहिए कि बहुत बड़ी शक्ति साडे नाल भी है तो अंदर भी बैठी है। इस करके घट में हीरा, घट में मोती, घट में नूर अपारा, घट में भक्ति, घट में शक्ति, घट में सिरजन। क्यों तू डोले साईं घट में बोले, ओ क्यों तू डोले साईं घट में बोले जिसका ये संसारा। क्यों तू डोले साईं घट में बोले जिसका ये संसारा। इत उत भरमत लोग फिरत हैं कोई विरला बूझनहारा। जरा गौर करने वाली गल है, ये शब्द दियां 4 लाइनां पर ਇਹਦੇ ਚ ना सारा निचोड़ कर दिता। अगर ਇਹਨੂੰ ना जिदा बंदा कहते ना फ्रूट ਨੂੰ निचोड़ के जूस कट के पी ਲੈਂਦਾ ਤਾਂ सारा असर मिल जाता है। अगर ये शब्द ना निचोड़ समझ लीए तो साडी पूरी जिंदगी ਨੂੰ ਸਵਾਰਨ ਵਾਸਤੇ ਕਾਫੀ है कि खुशियां दे हीरे मोती ਦਾ ਸਾਡੇ घट में हीरा, घट में मोती, घट में नूर। वो एडा वड्डा नूर घट दे विच ही है। जरा फील करके देखो कि मेरे अंदर नूर नाल भरपूर है। मैं नूर नाल, मैं नूर नाल, मैं नूर नाल, अंदर ही है नूर, अंदर ही हो शक्ति। घट में भक्ति, घट में ही शक्ति। ताकत भी अंदर ही है क्योंकि सारी शक्ति जिदा आप दसिया ना, तुसीं तुर रहे हो, ये ताकत कित्थे है? अंदरों ही आंदी ना, कोई बाहरों थोड़ी आंदी है। जिदा बच्ची ने गड्डी चक्की, ताकत कित्थों आई? किते बाहरों नहीं किसी ने आके हेल्प की ओदी। जिदा दसिया जैनेट बारे कि वो बाहरों नहीं किसी ने हेल्प की, बल्कि उन्हें गॉड को हेल्प मिलेगी। गॉड हेल्प मी, ताकत कित्थों आई? जवाब दे दियो। अंदरों आई ना, पर गॉड नूं बुलाना पैंदा है। ओदी ताकत आंदी है पर उन्हें याद करना पैंदा है, ओदी मदद मंगनी पैंदी है, फिर ही ओदी ताकत दा दरवाजा खुलदा है। अज इंसान अपने अंदर बैठी वो ताकत ते विश्वास करके ओनू जगाण दी बजाए, वो द्वार खोलण दी बजाए बाहर ही नशियां च भटकदा फिरदा है, बुराइयां च भटकदा फिरदा है। कोई मुसीबत आंदी है तो बंदा अपने मालिक दी शरण में जाण दी बजाए कित्थे करदा? आ मैं शराब तां पी ली क्योंकि कर्जा बहुत है, आ मेरी दुकान ते प्रॉब्लम बहुत है तां नशा कर लग पिया। तो सच दस्सियो, शराब पीण नाल कर्जे उतरदे या होर चढ़दे है? दुकान दे ते काम घटिया है, नशे करना कम बदना या होर डाउन होना है? वो काम भी डाउन, पैसा भी जाता है, सेहत भी जाती है, अगे तो अगे बंदा होर ज्यादा बर्बाद होंदा चला जाता है। जे जीवन च मुश्किल आवे तो समझ लो, हुण फर्ज करो इत्थे जैनेट दी गल करिए, उन्हें देखिया डैडी थल्ले फसिया होया गड्डी दे, दौड़ के जाती शराब दा पैग पी लैंदी कि लै डैडी मेरा मुसीबत है तां शराब पी लई मैं। तां जिहड़ी माड़ी मोटी ताकत सी वो भी लड़खड़ांदी आंदी, डैडी बचा ला ना तैनूं मैं। तां की करना सी? डैडी तां मरना ही सी, आप भी मर जाना सी नशा करके। पर उन्हें शराब दी शरण च नहीं गई, नशियां दे कोल नहीं गई, किहदे कोल गई? ओ सर्व शक्तिशाली परमात्मा नूं याद कीता जिहड़ा हर मुश्किल चों कड्ढण वाला है, हर मुश्किल च साथ, हर दुख तो बचाण वाला है। जरा सोचो, कहंदे हनुमान ने जदों पर्वत चकना सी
ਜਾਂ ਸਮੁੰਦਰ ਲੰਘਣਾ ਸੀ ਤਾਂ ਜਦੋਂ ਛਾਲ ਮਾਰੀ ਤਾਂ ਕੀ ਕਹਿ ਕੇ ਜੈ ਸ਼੍ਰੀ ਰਾਮ, ਕਿਉਂਕਿ ਇੱਕ ਨਾਰਾ ਹੁੰਦਾ ਆਪਣੇ ਰੱਬ ਨੂੰ ਪੁਕਾਰਨ ਦਾ, ਯਾਦ ਕਰਨ ਦਾ। ਤਾਂ ਫਿਰ ਬੜੀ ਤੋਂ ਬੜੀ ਮੁਸ਼ਕਿਲ ਵੀ ਬੰਦਾ, ਜਿੱਦਾਂ ਸਮਝ ਲਓ ਐਡਾ ਵੱਡਾ ਪਹਾੜ ਜਿੱਥੇ ਸੰਜੀਵਨੀ ਬੂਟੀ ਸੀ, ਉਹ ਜਦੋਂ ਰਾਮ ਨਾਮ ਦਾ ਨਾਰਾ ਮਾਰੇ ਤਾਂ ਹਨੂਮਾਨ ਨੇ ਏਦਾਂ ਚੱਕ ਲਿਆ ਜਿੱਦਾਂ ਬੱਚੇ ਗੇਂਦ ਚੱਕਦੇ ਆ। ਸਮਝਦੇ ਹੋ ਕਿ ਨਹੀਂ? ਜਿੱਦਾਂ ਬੱਚੇ ਖਿਡੌਣਾ ਚੱਕਦੇ ਆ, ਔਰ ਫਿਰ ਚੱਕਿਆ ਹੀ ਨਹੀਂ, ਉੜਿਆ ਵੀ। ਹੁਣ ਇਹ ਦੱਸਣਾ ਕੀ ਚਾਹੁੰਦੇ ਆ, ਤੁਹਾਡੇ ਜੀਵਨ 'ਚ ਵੀ ਬੜੀਆਂ ਬੜੀਆਂ ਮੁਸ਼ਕਿਲਾਂ ਦੇ ਪਹਾੜ ਹੋਣ ਨਾ, ਅਸੀਂ ਕਹਿੰਦੇ ਲਾਓ ਤਾਂ ਨਾਰਾ ਮਾਰੋ ਜੈ ਮਾਲਕਾਂ ਦਾ ਨਾਂ, ਤੁਸੀਂ ਪਹਾੜ ਚੱਕ ਕੇ ਦੌੜੇ ਫਿਰੇ ਤਾਂ ਫੇਰ ਕਿਉਂ? ਜਿਹੜਾ ਦਿਲੋਂ ਯਾਦ ਤਾਂ ਕਰਕੇ ਦੇਖੋ ਮਾਲਕਾਂ ਨੂੰ, ਉਹਦੀ ਸ਼ਕਤੀ ਆਏਗੀ, ਤੁਹਾਨੂੰ ਇੰਨਾ ਬਲ ਦੇਗੀ ਕਿ ਬੜੀਆਂ ਬੜੀਆਂ ਮੁਸ਼ਕਿਲਾਂ ਦੇ ਪਹਾੜ ਵੀ ਤੁਸੀਂ ਆਸਾਨੀ ਨਾਲ ਚੱਕ ਕੇ ਦੌੜੇ ਫਿਰੋਗੇ। ਕਹਿੰਦਾ ਦੱਸੋ ਕਿੱਥੇ ਜਾਣਾ ਬਈ? ਆ ਮੁਸ਼ਕਿਲ, ਤੁਸੀਂ ਕਹਿੰਦੇ ਪਹਾੜ ਲੈ, ਆਹ ਤਾਂ ਸਾਡੇ ਵਾਸਤੇ ਖੇਲ ਹੈ, ਐ ਕਰਕੇ ਲੈ ਜਾਓ। ਹਨੂਮਾਨ ਵਾਸਤੇ ਖੇਲ ਹੀ ਬਣ ਗਈ, ਉਹ ਤੁਹਾਡੇ ਵਾਸਤੇ ਵੀ ਮੁਸ਼ਕਿਲਾਂ ਖੇਲ ਹੋ ਸਕਦੀਆਂ ਹੈ ਅਗਰ ਤੁਹਾਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੋਵੇ। ਸੋ ਬੁਲਾਣਾ ਪੈਂਦਾ ਆਪਣੇ ਮਾਲਿਕ ਨੂੰ, ਯਾਦ ਕਰਨਾ ਪੈਂਦਾ ਹੈ। ਸੋ ਫਿਰ ਕਹਾਂਗੇ ਕਿ ਜੀਵਨ 'ਚ ਕੋਈ ਪ੍ਰੋਬਲਮ ਹੋਵੇ, ਨਸ਼ਿਆਂ ਵੱਲ ਨਾ ਜਾਓ। ਕੋਈ ਚਿੱਟੇ ਦਾ ਨਸ਼ਾ, ਕੋਈ ਪੀਲੇ ਦਾ ਨਸ਼ਾ, ਕੋਈ ਕਾਲੇ ਦਾ, ਕੋਈ ਪੀਲੇ ਦਾ, ਕੋਈ ਕਿਸੇ ਤਰ੍ਹਾਂ ਦੇ ਕਈ ਨਸ਼ੇ ਹੈ। ਕੀ ਹੈ ਜੀ, ਪਰੇਸ਼ਾਨੀਆਂ ਆ ਗਈਆਂ ਤਾਂ ਹੋਇਆ, ਘਰ 'ਚ ਗਰੀਬੀ ਆ ਗਈ ਤਾਂ ਕਰਨ ਲੱਗ ਗਿਆ। ਅੱਛਾ ਭਾਈ, ਇਹਦੇ ਨਾਲ ਤੇਰੀ ਲੋਟਰੀ ਨਿਕਲ ਜਾਣੀ ਹੈ। ਆ ਨਸ਼ਾ ਕਰਨਾ ਤਾਂ ਤੈਨੂੰ ਨਾ ਧਰਤੀ 'ਚੋਂ ਧਨ ਮਿਲਣਾ ਸ਼ੁਰੂ ਹੋ ਜਾਣਾ ਹੈ। ਸਮਝਦੇ ਹੋ ਕਿ ਨਹੀਂ? ਓਏ ਉਲਟਾ ਜੋ ਤੇਰੇ ਪੱਲੇ ਮਾੜੀ ਮੋਟੀ ਪੂੰਜੀ ਹੈ ਉਹ ਵੀ ਨਸ਼ਿਆਂ 'ਚ ਬਰਬਾਦ ਹੋ ਜਾਣੀ ਹੈ। ਜੋ ਮਾੜੀ ਮੋਟੀ ਸਰੀਰ 'ਚ ਤਾਕਤ ਹੈ ਉਹ ਵੀ ਖੋਖਲਾ ਹੋ ਜਾਣਾ ਹੈ। ਤੂੰ ਅੱਗੇ ਵਧਣ ਦੇ ਲਾਇਕ ਰਹਿਣਾ ਹੀ ਨਹੀਂ ਹੈ। ਇਹਦੇ ਨਾਲ ਚੰਗਾ ਹੈ ਕਿ ਜੇ ਮੁਸ਼ਕਿਲਾਂ ਦਾ ਪਹਾੜ ਆਇਆ ਹੈ ਤਾਂ ਇਸ ਲਈ ਤੈਨੂੰ ਉਹਦੀਆਂ ਰਹਿਮਤਾਂ ਦੀ ਲੋੜ ਹੈ, ਇਸ ਲਈ ਉਸ ਮਾਲਿਕ ਦੀ ਰਹਿਮਤ ਦੇ ਸਾਥ ਦੀ ਲੋੜ ਹੈ। ਔਰ ਜਿੱਦਾਂ ਹਜ਼ਰਤ ਅਲੀ ਨੇ ਕਿਹਾ ਕਿ ਅਗਰ ਆਪਣੇ ਰੱਬ ਤੇ, ਆਪਣੇ ਆਪ ਤੇ ਵਿਸ਼ਵਾਸ ਕਰੇਗਾ ਫਿਰ ਕਾਮਯਾਬੀ ਮਿਲਣੀ ਹੈ। ਤਾਂ ਜੇ ਆਪਣੇ ਆਪ ਤੇ ਤਾਂ ਆਪਣੇ ਰੱਬ ਤੇ ਵਿਸ਼ਵਾਸ ਹੈ ਨਹੀਂ ਤਾਂ ਜ਼ਿੰਦਗੀ 'ਚ ਕਦੀ ਤੂੰ ਕਾਮਯਾਬ। ਹੁਣ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਜਾਂ ਨਹੀਂ? ਤਾਂ ਫਿਰ ਅੱਜ ਤੋਂ ਆਪਣੇ ਆਪ ਤੇ ਵੀ ਵਿਸ਼ਵਾਸ ਰੱਖੋ ਕਿ ਮੈਂ ਕਰ ਸਕਦਾ ਹਾਂ, ਕਿਉਂਕਿ ਮੈਨੂੰ ਆਪਣੇ ਮਾਲਿਕ ਤੇ ਵੀ ਵਿਸ਼ਵਾਸ ਹੈ। ਉਹਦੀ ਰਹਿਮਤ ਹਰ ਕਦਮ ਤੇ ਮੇਰਾ ਮਾਲਿਕ ਮੇਰੇ। ਇਸ ਵੇਲੇ ਸਮਾਂ ਕਾਫੀ ਹੋ ਗਿਆ, ਆਖਰਲੇ ਬਚਨਾਂ ਵੱਲ ਚੱਲੀਏ। ਇਹਲੇ ਫਿਰ ਹੁਣ ਆਖਰਲੇ ਬਚਨਾਂ 'ਚ ਇਹੀ ਗੱਲ ਕਵਾਂਗੇ ਕਿ ਆਪਣੇ ਆਪ ਨੂੰ ਅੱਜ ਤੋਂ ਕਮਜ਼ੋਰ ਸਮਝਣਾ ਬੰਦ ਕਰੋ, ਮੁਸੀਬਤਾਂ ਤੋਂ ਡਰਨਾ ਬੰਦ ਕਰੋ, ਔਰ ਆਪਣੀ ਹਿੰਮਤ ਦੇ ਲੈਵਲ ਨੂੰ ਵਧਾਓ, ਆਪਣੇ ਹੌਸਲੇ ਦੇ ਲੈਵਲ ਨੂੰ ਵਧਾਓ, ਆਪਣੀ ਅੱਛਾਈ ਦੇ ਲੈਵਲ ਨੂੰ ਵਧਾਓ, ਆਪਣੀਆਂ ਖੁਸ਼ੀਆਂ ਦੇ ਲੈਵਲ ਨੂੰ ਵਧਾਓ। ਕਿਉਂਕਿ ਫਿਰ ਕਵਾਂਗੇ ਕਿ ਜਿਸ ਮਾਲਿਕ ਨੇ, ਜਿਸ ਪਰਮਾਤਮਾ, ਜਿਸ ਪ੍ਰਭੂ ਨੇ ਸਾਨੂੰ ਬਣਾਇਆ ਹੈ, ਜਦੋਂ ਇੱਥੇ ਅਸ਼ਲੋਕ ਨੂੰ ਪੂਰਾ ਕਰੀਏ ਔਰ ਫਿਰ ਸਤਸੰਗ ਦੀ ਸਮਾਪਤੀ ਕਰਾਂਗੇ ਕਿ ਜਿਸ ਤਰ੍ਹਾਂ ਅਸੀਂ ਦੱਸਿਆ ਕਿ घट में हीरा, घट में मोती, घट में सिरजनहारा, घट में भक्ति, घट में ही शक्ति, घट में सिरजन। जिस प्रभु ने तुहाडी सिरजना कीती है ना, बनाया तुहानू, जीवन दिता, तुहाडे अंदर ही बैठा है। बोलो समझदे हो कि नहीं? इसलिए तू क्यों डोले, साईं घट में बोले। ਜਦੋਂ ਤੇਰੇ ਅੰਦਰ ਬੈਠਾ ਬੋਲ ਰਿਹਾ ਹੈ, ਤੇਰੇ ਅੰਦਰ ਬੈਠਾ ਤੈਨੂੰ ਤਾਕਤ ਦੇਣ ਲਈ ਤਿਆਰ ਹੈ, ਤੈਨੂੰ ਹਿੰਮਤ ਦੇਣ ਲਈ ਤਿਆਰ ਹੈ, ਤੈਨੂੰ ਹਰ ਮੁਸ਼ਕਿਲ ਚੋਂ ਕੱਢਣ ਲਈ ਉਹ ਤਿਆਰ ਹੈ, ਹਰ ਜਗ੍ਹਾ ਤੇਰਾ ਸਾਥ ਦੇਣ ਲਈ ਤਿਆਰ ਹੈ, ਤੈਨੂੰ ਹਰ ਮੰਜ਼ਿਲ ਤੱਕ ਲੈ ਕੇ ਜਾਣ ਲਈ ਉਹ ਤਿਆਰ ਹੈ। ਤਾਂ ਡੋਲ ਕਿਉਂ ਰਿਹਾ ਹੈ ਫਿਰ ਤੂੰ? ਇਹ ਚਿੰਤਾ ਕਿਉਂ ਕਰ ਰਿਹਾ ਹੈ? ਉਹਨੂੰ ਯਾਦ ਕਰ, ਉਹ ਸ਼ਕਤੀ ਤੇ ਵਿਸ਼ਵਾਸ ਕਰ, ਉਹ ਸ਼ਕਤੀ ਨੂੰ ਜਗਾ, ਉਹ ਸ਼ਕਤੀ ਨੂੰ ਬੁਲਾ ਕਿ ਮੈਂ ਡੋਲਣਾ ਨਹੀਂ ਹੈ, ਮੈਂ ਆਪਣੇ ਮਾਲਿਕ ਤੇ ਵਿਸ਼ਵਾਸ ਕਰਕੇ ਇਹ ਮੁਸ਼ਕਿਲ ਚੋਂ ਬਾਹਰ ਆਣਾ ਹੈ। ਸਮਝ ਲਓ, ਜੇ ਸਮੁੰਦਰ ਵਿੱਚ ਬੇੜੀ ਹੈ, ਤੂਫਾਨ ਆ ਗਿਆ, ਬੇੜੀ ਡੋਲਣ ਲੱਗ ਜਾਵੇ ਨਾ ਤਾਂ ਜਿੰਨੀ ਡੋਲੇਗੀ ਡੁੱਬਣ ਦੇ ਚਾਂਸ ਵੀ ਉਨੇ ਹੋ ਜਾਣਗੇ। ਉੱਥੇ ਅਸੀਂ ਵੀ ਬੇੜੀ ਤਾਂ ਡੋਲਦੀ, ਅਸੀਂ ਵੀ ਐ ਕਰਨਾ ਸ਼ੁਰੂ ਕਰ ਦਈਏ ਤਾਂ ਬੇੜੀ ਜਲਦੀ ਡੋਲਣੀ ਹੈ। ਪਰ ਜੇ ਉੱਥੇ ਬੰਦਾ ਕਵੇ ਕੋਈ ਨਹੀਂ ਤੂਫਾਨ ਆ ਗਿਆ, ਬੇੜੀ ਬਿਸ਼ੱਕ ਡੋਲ ਰਹੀ ਹੈ ਪਰ ਮੈਂ ਨਹੀਂ ਡੋਲਣਾ ਕਿਉਂਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ। ਤਾਂ ਹੋ ਸਕਦਾ ਬੇੜੀ ਡੋਲ ਰਹੀ ਹੈ ਪਰ ਤੁਸੀਂ ਵਿੱਚ ਸਥਿਰ ਬੈਠੇ ਹੋ ਨਾ, ਤਾਂ ਤੁਹਾਡੀ ਅਸਥਿਰਤਾ ਦੇਖ ਕੇ, ਤੁਹਾਡਾ ਵਿਸ਼ਵਾਸ ਦੇਖ ਕੇ ਤੂਫਾਨ ਵੀ ਠੰਡੇ ਹੋ ਜਾਣਗੇ, ਸ਼ਾਂਤ ਹੋ ਜਾਣਗੇ। ਔਰ ਕਿਸੇ ਤੂਫਾਨ ਦੀ ਮਜ਼ਾਲ ਕੀ ਤੁਹਾਡੀ ਬੇੜੀ ਨੂੰ ਡੁਬੋ ਦੇਵੇ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਖਾਲੀ ਖੜੀ ਬੇੜੀ ਜੇ ਤੁਸੀਂ ਐ ਹਿਲਣਾ ਸ਼ੁਰੂ ਕਰ ਦਿਓ, ਬੇੜੀ ਐ ਹੋਣ ਲੱਗ ਪੈਣੀ। ਕਦੀ ਦੇਖਣਾ ਤੂਫਾਨ ਨਾ ਵੀ ਹੋਵੇ, ਉੱਦਾਂ ਹੀ ਬੇੜੀ ਖੜੀ ਹੈ ਨਾ, ਤੁਸੀਂ ਬੇੜੀ ਬੈਠੇ ਬੈਠੇ ਐ ਕਰਨਾ ਸ਼ੁਰੂ ਕਰ ਦਿਓ ਤਾਂ ਬੇੜੀ ਹਿੱਲਣ ਲੱਗ ਪੈਣੀ ਐ। ਔਰ ਜੇ ਜ਼ਿਆਦਾ ਕਰੋਗੇ ਤਾਂ ਸ਼ਾਇਦ ਐ ਹੀ ਹੋ ਜਾਵੇ। ਸਮਝਦੇ ਹੋ ਕਿ ਨਹੀਂ? ਬੰਦੇ ਦਾ ਡੁੱਲਣਾ ਸ਼ਾਂਤ ਖੜੀ ਬੇੜੀ ਨੂੰ ਵੀ ਡੁਬੋ ਸਕਦਾ ਹੈ। ਤਾਂ ਬੇੜੀ ਚਾਹੇ ਜਿੰਨੀ ਮਰਜ਼ੀ ਡੋਲ ਰਹੀ ਹੋਵੇ, ਪਰ ਅਗਰ ਬੰਦਾ ਵਿੱਚ ਅਡੋਲ ਬੈਠਾ ਹੋਵੇ, ਅਡੋਲਤਾ ਦਾ ਮਤਲਬ ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਬੈਠਾ ਹੋਵੇ, ਆਪਣੇ ਮਾਲਿਕ ਦੇ ਭਰੋਸੇ ਤੇ ਬੈਠਾ ਹੋਵੇ ਕਿ ਕੋਈ ਤੂਫਾਨ ਮੇਰੀ ਬੇੜੀ ਨੂੰ ਡੁਬੋ ਨਹੀਂ ਸਕਦਾ ਕਿਉਂਕਿ ਮੇਰਾ ਮਾਲਿਕ ਮੇਰੇ। ਤਾਂ ਕੀ ਪਤਾ ਫਿਰ ਤੁਹਾਡੀ ਅਡੋਲਤਾ ਤੁਹਾਨੂੰ ਔਰ ਤੁਹਾਡੇ ਸਾਥੀਆਂ ਨੂੰ ਡੁੱਬਣ ਤੋਂ ਬਚਾ ਲਵੇ, ਕਿਉਂਕਿ ਕਦੀ ਉਹ ਡੁੱਬ ਹੀ ਨਹੀਂ ਸਕਦਾ ਜਿਹਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੋਵੇ, ਜਿਹੜਾ ਆਪਣੇ ਮਾਲਿਕ ਦੀ ਰਹਿਮਤ ਦੇ ਸਹਾਰੇ ਤੁਰਿਆ ਹੋਵੇ ਨਾ, ਉਹਨੂੰ ਕੋਈ ਤਾਕਤ ਡੁਬੋ। ਇਸ ਲਈ ਆਪਣੇ ਆਪ ਨੂੰ ਡੋਲਣ ਤੋਂ ਬੰਦ ਕਰੀਏ,
डराना बंद करिए कि की बनूंगा, बल्कि कहना शुरू करो जो होएगा अच्छा होएगा, क्योंकि मेरा मालिक मेरे। इसलिए तू क्यों डोले साईं घट में बोले, जिसका जे संसार है, जेदा सारा संसार हो तो तेरे अंदर बैठा बोल रहा है। ਉਹ ਜੇ ਤੇਰੇ ਅੰਦਰ ਬੈਠਾ ਬੋਲ ਰਿਹਾ ਜਿਹੜਾ ਸਾਰੇ ਸੰਸਾਰ ਦਾ ਮਾਲਿਕ ਹੈ, ਤਾਂ ਦੁਨੀਆ ਦੀ ਕੋਈ ਚੀਜ਼ ਤੇਰਾ ਕੁਝ ਵਿਗਾੜ, ਕਿਉਂਕਿ ਜਿਹੜਾ ਸੰਸਾਰ ਹੈ ਉਹ ਮਾਲਿਕ ਪਰਮਾਤਮਾ ਤੇਰੇ ਅੰਦਰ ਬੈਠਾ ਬੋਲ ਰਿਹਾ ਕਿ ਮੈਂ ਤੇਰੇ ਨਾਲ ਆ, ਤਾਂ ਫਿਰ ਡਰਨ ਦੀ ਲੋੜ ਕਿੱਥੋਂ ਹੈ? ਕੋਈ ਗ੍ਰਹਿਾਂ ਤੋਂ ਡਰੀ ਜਾਂਦਾ, ਅੱਛਾ ਗ੍ਰਹਿ ਕਿਹਦੇ ਹੈ? ਕੋਈ ਕਿਸੇ ਹੋਰ ਚੀਜ਼ ਤੋਂ ਡਰੀ ਜਾਂਦਾ, ਕਿਹੜੀ ਹੈ? ਸਾਰਾ ਸੰਸਾਰ ਜਿਸ ਮਾਲਿਕ ਦਾ ਹੈ ਉਹ ਤਾਂ ਤੇਰੇ ਅੰਦਰ ਬੈਠਾ ਬੋਲ ਰਿਹਾ ਹੈ। ਇਸ ਲਈ ਵਿਸ਼ਵਾਸ ਕਰ ਕਿ ਜੇ ਪੂਰਾ ਸਮਰਾਜ ਉਹਦਾ ਹੈ ਤੇ ਰਾਜਿਆਂ ਦੀ ਕੋਈ ਚੀਜ਼ ਮੇਰੇ ਨਾਲ ਕੁਝ ਵਿਗਾੜ ਨਹੀਂ ਸਕਦੀ, ਕਿਉਂਕਿ ਉਹ ਸਮਰਾਟ ਮੇਰੇ ਨਾਲ ਹੈ ਤਾਂ ਪ੍ਰਜਾ ਜਾਂ ਸੈਨਾ ਨੇ ਮੇਰੇ ਕੀ ਕਰ ਲੈਣਾ। इसलिए तू क्यों डोले साईं घट में बोले, जिसका ये संसारा इत उत भरमत लोग फिरत है, कोई बिरला बुझनहारा। लोकी इधर उधर भरम दे ठोकरा खांदे, कोई किसी दी पूजा च लगा, कोई किसी दी पूजा, कोई कहता पेड़ा नू पानी पाई जाओ, कोई कहता गाइयां नू आटा खिलाई जाओ, कोई कहता बांदरां नू केले पाई जाओ, समझ योग नहीं, कोई कहता ग्रहां नू ये करो, कोई कहता फलाना कोई वो करो। और रब भी अंदर बैठा देख के हसदा, एडी बड़ी ताकत और स्वामी अंदर बैठा, तो तू किहनू खुश करन लगा? बोलो समझ योग नहीं। कई काले कुत्ते मगर दौड़े होंगे, आ कुत्ते रोटी खा लै, बोलो समझ योग नहीं। वो किहड़े चक्करां च पए हो, बोलो समझदे हो? कई मिर्चां नूं लैके निंबूआं च पेशाब फसा के टंगी जाते हैं, वो एडी वड्डी ताकत अंदर बैठी है, तो मिर्चां मगर निंबूआं मगर बेचारा दौड़िया होया है। समझना जरा सारिਆਂ ने किहड़े भरम च लोग घूम रहे हैं, इतुत भरमत लोग फिरत हैं। वो कित्थे फिर रहे हो, भटके कित्थे रहे हो? कोई विरला बूझनहारा, कोई विरला ही बुझ पांदा है कि तेरे अंदर ही सारियां शक्तियां दा दाता बैठा आ। ਉਹ ਦੁਨੀਆ ਦੇ ਪਿੱਛੇ ਬਾਹਰ ਦੌੜਨ ਨਾਲ ਚੰਗਾ ਨਾ ਕਾਮਿਲ ਗੁਰੂ ਰਹਿਬਰ ਨਾਲ ਜੁੜਾ, ਜਿਹੜਾ ਸਾਨੂੰ ਅੰਦਰ ਜੋੜੇ ਉਹ ਦਾਤੇ ਦੇ ਨਾਲ, ਅੰਦਰ ਜੋੜੇ ਪਰਮ ਸ਼ਕਤੀ ਦੇ ਨਾਲ, ਅੰਦਰ ਸਾਡੀ ਸੁੱਤੀ ਸ਼ਕਤੀ ਨੂੰ ਜਗਾਉਣ ਦੀ ਕਲਾ ਦੱਸੇ ਉਹ ਸਤਿਗੁਰ ਨਾਲ ਜੁੜੀਏ ਅਸੀਂ, ਫੇਰ ਹੀ ਜ਼ਿੰਦਗੀ 'ਚ ਖੁਸ਼ੀਆਂ, ਫੇਰ ਹੀ ਜ਼ਿੰਦਗੀ ਸਫਲਤਾ ਆਉਂਦੀ ਹੈ। ਇਸ ਲਈ ਆਓ ਹੁਣ ਪੂਰੇ ਵਿਸ਼ਵਾਸ ਨਾਲ ਕਹਿ ਦਈਏ ਕਿ ਅੱਜ ਤੋਂ ਮੈਂ ਡੁੱਲਣਾ ਨਹੀਂ ਹੈ, ਕਿਉਂਕਿ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਮੈਂ ਤਿਆਰ ਹਾਂ, ਹਰ ਮੁਸ਼ਕਿਲ ਨੂੰ ਖਤਮ ਕਰਨ ਨੂੰ ਮੈਂ ਤਿਆਰ ਹਾਂ, ਕਿਉਂਕਿ ਮੇਰਾ ਮਾਲਿਕ ਮੇਰਾ सोना मेरा मुर्शिद सोना, सोना सोना मेरा मुर्शिद सोना।